चरना हाथ की बुराई उचार करो जी। वाहिगुरू जी का खालसा वाहिगुरू जी की फतेह। सतनाम वाहिगुरू साहिब जी। श्री राग महला तीजा। ਇਹ ਸ੍ਰੀ ਰਾਗ ਦੇ ਅੰਦਰੋਂ ਗੁਰੂ ਅਮਰਦਾਸ ਮਹਾਰਾਜ ਦਾ 8 ਵੱਡਾ ਵਾਲਾ ਸ਼ਬਦ ਹੈ। ਜੋ ਦੂਸਰਾ ਸ਼ਬਦ ਹੈ, ਅੱਗੇ 17 ਸ਼ਬਦ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਸਰਵਣ ਕਰ ਚੁੱਕੇ ਹੈ। ਉਪਰੰਤ ਇੱਕ ਸ਼ਬਦ ਦੀ ਵਿਚਾਰ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੱਲ੍ਹ ਦੀ ਦੁਕਾਨਾਂ ਚ ਆਪਾਂ ਨੇ ਕੀਤੀ। ਉਸ ਤੋਂ ਅਗਲਾ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਹਿ ਕੰਡ ਦੇ ਸੁਭਾਅ ਹੈ ਜੀ। ਮੈਂ ਕਰਮ ਕਮਾਵਨੇ ਜਮ ਦੰਡ ਲਗੈ ਨਿਨ ਆਈ। ਮਹਾਰਾਜ ਕਹਿੰਦੇ ਜਿਹੜੇ ਮਿੱਠੇ ਧਰਮ ਦੇ ਕਰਮ ਕਰਦੇ ਨੇ ਨਾ, ਉਹ ਉਹਨਾਂ ਦੇ ਅੰਦਰ ਹਉਮੈ ਆ ਜਾਂਦੀ ਹੈ ਅਤੇ ਫਿਰ ਜਮ ਦੰਡ ਕਰਕੇ ਕਿ ਨਾ ਆਏ ਜਮਾਂ ਦਾ ਡੰਡਾ ਆ ਕੇ ਉਹਨਾਂ ਦੇ ਸਿਰ 'ਤੇ ਪੈਂਦਾ। ਮਿੱਠੇ ਹੋਏ ਧਾਰਮਿਕ ਕਰਮ ਕਿਸੇ ਦੇ ਕਹਿਣ 'ਤੇ ਕੀਤੇ ਹੋਏ ਕਰਮ। ਕਈ ਵਾਰੀ ਆਪਾਂ ਕਿਸੇ ਕੋਲ ਜਾਂਦੇ, ਭਾਈ ਸਾਹਿਬ ਜੀ ਤੁਸੀਂ ਇੰਨੀ ਮੇਰੀ ਆਹ ਕਰ ਦਓ, ਇੰਨੀ ਮੇਰੀ ਆਹ ਕਰ ਦਓ, ਇਹ ਮਿੱਠਾ ਕਰਮ ਹੁੰਦਾ ਹੈ। ਅਸੀਂ ਧਰਮ ਦੀ ਦੁਨੀਆ 'ਚ ਕੁਝ ਮਿੱਥ ਕੇ ਨਹੀਂ ਕਰਨਾ। ਇਹ ਸਾਡਾ ਫਰਜ਼ ਵੀ ਹੈ ਔਰ ਸਾਡਾ ਪ੍ਰਯੋਜਨ ਵੀ ਹੈ, ਅਤੇ ਕਰਨਾ ਗੁਰੂ ਨੂੰ ਪੁੱਛ ਕੇ ਜੋ ਮਹਾਰਾਜ ਕਹਿੰਦੇ। ਜਦੋਂ ਸਤਿਗੁਰਾਂ ਨੂੰ ਪੁੱਛਾਂਗੇ, ਮਹਾਰਾਜ ਨੇ ਬਚਨ ਕਹਿ ਵੀ ਤੂੰ ਪੁੱਛ ਰਿਹਾ ਵੀ ਮੈਂ ਜਪਣਾ ਕਿੰਨਾ ਕੁ, ਮਹਾਰਾਜ ਕਹਿੰਦੇ ਕਿ ਤੂੰ ਭੁੱਲਣਾ ਹੀ ਨਹੀਂ ਚਾਹੀਦਾ। ਹੁਣ ਕੋਈ ਮਿੱਥਿਆ ਕਰਕੇ ਕੋਈ ਰਹਿ ਹੀ ਨਹੀਂ ਗਿਆ ਨਾ। ਮਹਾਰਾਜ ਕਹਿੰਦੇ ਉਹਨੂੰ ਦਸਾਲ ਹੀ ਨਾ ਅਰਦਾਸ ਕਰਕੇ ਜਾਇਆ ਕਰ। ਈਸ਼ਰ ਨਾਨਕ ਦਾ ਦਾਤ ਆਪਣਾ ਨਾਮ ਦੇਹੁ ਗੁਣ ਗਾਵਾ ਦਿਨ ਰਾਤ ਨਾਨਕ ਜਾਓ। ਇਹ ਮਿੱਠੇ ਕਰਮਾਂ ਦਾ ਘਾਟ ਹੋ ਜਾਂਦਾ ਹੈ। ਮੈਂ ਇੰਨੇ ਪਾਠ ਕਰਦਾ, ਮੈਂ ਇੰਨੇ ਵਾਰੀ ਫਲਾਣੇ ਤੀਰਥ 'ਤੇ ਚਲਾ ਗਿਆ, ਮੈਂ ਇੰਨੇ ਵਾਰੀ ਆਹ ਕੁਝ ਕਰ ਲਿਆ, ਉਹਦਾ ਘਾਟ। ਗੁਰੂ ਅਮਰਦਾਸ ਦੇ ਸ਼ਬਦ ਦੇ 21 ਵਾਰੀ ਗੰਗਾ 'ਤੇ ਇਸ਼ਨਾਨ ਕਰਨ ਗਏ, ਫਾਇਦਾ ਕੋਈ ਨਹੀਂ ਹੋਇਆ। ਅਤੇ ਦੱਸਦੇ ਸਨ 21 ਵਾਰੀ ਗੰਗਾ ਦਾ ਇਸ਼ਨਾਨ ਕੀਤਾ। ਜਿੱਦਣ ਗੁਰੂ ਮਿਲ ਗਿਆ, ਇੱਕ ਵਾਰੀ ਵੀ ਨਹੀਂ ਕਿਹਾ ਵੀ ਅਸੀਂ 21 ਵਾਰੀ ਗੰਗਾ 'ਤੇ ਗਏ, ਕਿਉਂਕਿ ਗੁਰਬਿਨ ਭੋਜ ਅਧਾਰ ਗੁਰੂ ਬਿਨ ਸੰਤ ਨਾ ਹੋਵੇ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆ ਗੁਰਬਿਨ ਭੋਜ ਆਧਾਰ। 21 ਵਾਰੀ ਗੰਗਾ 'ਤੇ ਸਾਲ ਬਾਅਦ ਮਿਲਿਆ ਕਰਦੇ ਸੀ ਨਾ, ਵੀ ਸਾਲ ਬਾਅਦ ਜਾਣਾ ਹੈ। ਅਤੇ ਗੁਰੂ ਚਰਨਾਂ ਚਾਹੇ ਇੱਕ ਦਿਨ ਵੀ ਆਪਣੇ ਘਰੇ ਨਹੀਂ ਰਹੇ, ਉਹਨਾਂ ਨੇ ਦਿਨ ਰਾਤ ਸੇਵਾ ਕੀਤੀ। ਦਿਨ ਰਾਤ ਦੀਆਂ ਰਾਤੋਂ ਪਿਆਰੇ ਮਨੁੱਖ ਨਾ ਕੀਜੈ ਕੀਆ। ਮਹਾਰਾਜ ਕਹਿੰਦੇ ਮਿੱਠੇ ਕਰਮਾਂ ਦੀ ਹੋਵੇ ਮਨੁੱਖ ਅੰਦਰ ਆ ਜਾਂਦੀ ਹੈ। ਫਿਰ ਜਮ ਡੰਡ ਲੱਗੇ ਤਿੰਨ ਆਈ ਸਿਰ 'ਤੇ ਜਮਾਂ ਦਾ ਡੰਡਾ ਆਣ ਪੈਂਦਾ ਹੈ। ਸਤਿਗੁਰ ਸੇਵਨ ਸੇ ਉਬਰੇ ਹਰ ਸਿੱਧੀ ਦੇ ਬਲਾਏ। ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਹੈ, ਸੇਵਨ ਦਾ ਅਰਥ ਸੇਵਾ ਕਰਨੀ ਸੀ, ਸੇਵਨ ਦਾ ਅਰਥ ਸਿੱਖਿਆ 'ਤੇ ਚੱਲਣਾ। ਸੇਵ ਉਬਰੇ ਉਹ ਬਚ ਜਾਂਦੇ ਮਿੱਠੇ ਕਰਮਾਂ ਤੋਂ। ਹਰ ਸੇਵਤੀ ਦੇਹ ਬਣਾਏ, ਉਹਨਾਂ ਦੀ ਦੇਹ ਹਰ ਸੇਵਤੀ ਲੱਗੀ ਨੇ। ਉਹ ਮਿੱਠੇ ਕਰਮ ਨਹੀਂ ਕਰਦੇ, ਉਹ ਗੁਰੂ ਨੂੰ ਪੁੱਛ ਕੇ ਕਰਦੇ ਹੈ। ਉਹ ਬੀਓ ਕੁਛ ਨਾ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ, ਰੱਬ ਆਪੇ ਕਰਦੇ ਆ। ਗੁਰੂ ਦੀ ਸੇਵਾ 'ਚ ਰਹਿੰਦੇ ਆ, ਰੱਬ ਦੀ ਮਰਜ਼ੀ ਨਾਲ ਸਹਿਮਤ ਹੋ ਜਾਂਦੇ ਆ ਕਿ ਇਹੀ ਉਹਦੇ ਨਾਲ ਸੰਤੁਸ਼ਟ ਹੁੰਦੀ ਹੈ, ਇਹੀ ਦਿਲ ਛੁੱਟੀ ਹੈ ਔਰ ਅੱਠੇ ਪੈਰ ਹੁੰਦੀ ਹੈ। ਮਹਾਰਾਜ ਕਹਿੰਦੇ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਰੱਬ ਦੀ ਰਜ਼ਾ 'ਚ ਆ ਜਾਂਦੇ ਹੈ। ਅੱਠੇ ਪੈਰ ਉਹਨਾਂ ਦੀ ਸੰਤੁਸ਼ਟ ਹੁੰਦੀ ਰਹਿੰਦੀ ਹੈ। ਰੇ ਓਏ ਪੰਜਾਬੀ 'ਚ ਓਏ ਬਣੇਗਾ, ਹਿੰਦੀ 'ਚ ਰੇ ਕਹਿ ਦਿੰਦੇ ਆ। ਮਨ ਰੇ ਗੁਰਮੁਖ ਨਾਮ ਧਿਆਏ। ਓਏ ਮਨ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਨਾਮ ਜਪ। ਕੋਈ ਮਨਾ ਐ ਨਹੀਂ ਕਰਨਾ ਚਾਹੀਦਾ। ਕਈ ਵਾਰੀ ਆਪਣੇ ਆਪ ਨੂੰ ਅਸੀਂ ਕਹਿੰਦੇ ਓਏ ਮਨਾ ਤੈਨੂੰ ਐ ਨਹੀਂ ਕਰਨਾ ਚਾਹੀਦਾ। ਇੱਥੇ ਮਹਾਰਾਜ ਕਹਿੰਦੇ ਹੋਏ ਮਨ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਨਾਮ ਜਪੀ, ਆਪ ਬੁਰਾ ਨਹੀਂ। ਜੋ ਗੁਰੂ ਕਹਿੰਦਾ, ਜਿਵੇਂ ਗੁਰੂ ਕਹਿੰਦਾ ਉਵੇਂ ਜਪਣਾ। ਜਿਹੜੇ ਗੁਰਮਤਿ 'ਤੇ ਚੱਲ ਪਏ, ਜਿਹੜੇ ਨਾਮ 'ਚ ਸਮਾ ਕੇ, ਮਹਾਰਾਜ ਕਹਿੰਦੇ ਧੁਰ ਪੂਰਬ ਕਰਤੇ ਲਿਖਿਆ, ਕਿਉਂਕਿ ਧੁਰ ਤੋਂ ਪੂਰਬਲੇ ਕਰਮਾਂ ਕਰਕੇ ਲਿਖਿਆ ਹੋਇਆ ਹੈ। ਜਿਹੜਾ ਜੁੜ ਜਾਂਦਾ ਹੈ ਨਾ
ਜਪਣ ਲੱਗਦਾ ਇਹ ਕੋਈ ਵੈਸੇ ਨਹੀਂ ਹੈ ਵੀ ਅਸੀਂ ਆ ਗਏ ਤੇ ਬੈਠ ਗਏ ਜੀ ਤੇ ਮਨ ਜੁੜ ਗਿਆ ਵੀ ਕਿਤੇ ਪੂਰਵ ਕਰਮ ਅੰਤਰ ਜਪ ਪ੍ਰਗਟੇ ਭੇਟਿਓ ਰਸਕ ਪੈ ਲਾਦੀ ਹੈ ਪੂਰਵਲੇ ਕਰਮਾਂ ਕਰਕੇ ਕਿਤੇ ਚੰਗੇ ਕਰਮ ਕੀਤੇ ਸੀ ਤੇ ਉਹਦਾ ਨਤੀਜਾ ਉਹਦਾ ਫਲ ਹੈ। ਅਸੀਂ ਹੁਣ ਜਪਣਾ ਸ਼ੁਰੂ ਕਰ ਦਿੱਤਾ ਜਾਂ ਅਸੀਂ ਗੁਰੂ ਦੀ ਸੇਵਾ 'ਚ ਸ਼ਾਮਿਲ ਹੋਏ। ਧੁਰ ਪੂਰਬ ਕਰਤਾ ਹੀ ਨਹੀਂ ਗਿਆ ਕਿਤੇ ਧੁਰ ਤੋਂ ਹੀ ਵਾਹਿਗੁਰੂ ਨੇ ਲਿਖਿਆ ਸੀ ਭਾਈ ਇੱਕ ਦਿਨ ਇਸ ਬੰਦੇ ਨੇ ਗੁਰਮਤਿ ਦੇ ਧਾਰਨੀ ਬਣ ਜਾਣਾ ਇਹ ਨਾਮ 'ਚ ਇੱਕ ਦਿਨ ਸਮਾਏਗਾ ਜੀ। ਸ਼ਰਾਬ ਦੇ ਕੇ ਮਹਾਰਾਜ ਕਹਿੰਦੇ ਹਨ ਸਤਿਗੁਰੂ ਤੋਂ ਬਗੈਰ ਰੱਬ ਤੇ ਭਰੋਸਾ ਨਹੀਂ ਜੇ ਵੱਜਦਾ। ਅਸੀਂ ਵੇਖਿਆ ਹੀ ਨਹੀਂ ਰੱਬ ਨੂੰ। ਤੁਹਾਨੂੰ ਬਹੁਤੇ ਸਰੀਰ ਮਿਲਣਗੇ ਮੈਨੂੰ ਰੱਬ ਨੇ ਦਿੱਤਾ ਕੀ ਹੈ। ਜਿਨ੍ਹਾਂ ਦੇ ਜੀਵਨ 'ਚ ਗੁਰੂ ਨਹੀਂ ਇਹ ਗੱਲ ਉਹ ਕਹਿੰਦੇ ਆ ਤੇ ਜਿਨ੍ਹਾਂ ਦੇ ਜੀਵਨ 'ਚ ਗੁਰੂ ਆ ਗਏ ਉਹ ਕਹਿੰਦੇ ਜੋ ਕੁਝ ਤੇਰੇ ਕੋਲ ਹੈ ਦਿੱਤਾ ਹੀ ਰੱਬ ਹੈ। ਗੁਰੂ ਗਿਆਨ ਨਹੀਂ ਹੈ ਤੇ ਬੰਦੇ ਨਾਸਤਕ ਹੈ ਗਿਆਨ ਹੈ ਤੂੰ ਤੇ ਗੁਲਾਬੀ ਵੀ ਚੱਲ ਰਿਹਾ। ਮਰਦ ਕਹਿੰਦੇ ਵੇਦ ਸਤਿਗੁਰ ਪ੍ਰਤੀਤ ਨਾ ਬਈ ਗੁਰੂ ਤੇ ਪ੍ਰਤੀਤ ਰੱਬ ਤੇ ਪ੍ਰਤੀਤ ਗੁਰੂ ਤੋਂ ਬਗੈਰ ਨਹੀਂ ਆ ਸਕਦੀ ਜੀ। ਗੁਰੂ ਤੋਂ ਬਗੈਰ ਨਾਮ ਦੇ ਨਾਲ ਪ੍ਰੇਮ ਨਹੀਂ ਲੱਗ ਸਕਦਾ। ਪ੍ਰੇਮ ਸਾਡੇ ਅੰਦਰ ਰੱਬ ਪ੍ਰਤੀ ਪੈਦਾ ਹੀ ਨਹੀਂ ਹੋ ਸਕਦਾ ਜੇ ਗੁਰੂ ਨਾ ਬਖਸ਼ਿਸ਼ ਕਰੇਗਾ। ਗੁਰੂ ਅੰਦਰ ਕੀ ਕਰਦਾ ਹੈ ਸੰਗਤ 'ਚ ਅਸੀਂ ਕਾਹਦੇ ਵਾਸਤੇ ਬੈਠਦੇ ਹਾਂ ਰੱਬ ਨੂੰ ਮਿਲਣ ਦੀ ਇੱਛਾ ਪ੍ਰਗਟ ਹੋਵੇ ਰੱਬ ਨੂੰ ਮਿਲਣ ਦੀ ਤੜਫ ਪੈਦਾ ਹੋ ਜਾਵੇ ਸਾਡੇ ਅੰਦਰ। ਰੱਬ ਨੂੰ ਮਿਲਣ ਵਾਸਤੇ ਅਸੀਂ ਗੁਰੂ ਸਾਹਿਬ ਜੀ ਦੀ ਤੜਫ ਪੈਦਾ ਕਰਦੇ ਨੇ ਵੀ ਅਸੀਂ ਤਰਲੇ ਲਈਏ ਵੀ ਰੱਬ ਮਿਲੇ। ਰੱਬ ਮਿਲਣਾ ਵੀ ਉਹਦਾ ਨਹੀਂ ਹੈ। ਇਹ ਪਿਆਰ ਦੇ ਤੜਫ ਗੁਰੂ ਪੈਦਾ ਕਰਦਾ ਹੈ ਜੀ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਜੀਵਨ 'ਚ ਸੱਚ ਨਹੀਂ ਹੈ ਗੁਰੂ ਦੀ ਸਿੱਖਿਆ ਨਹੀਂ ਉਹ ਸੁਪਨੇ ਸੁੱਖ ਨਾ ਪਾਵੇ ਸੁਪਨੇ 'ਚ ਵੀ ਸੁੱਖ ਨਹੀਂ ਪ੍ਰਾਪਤ ਕਰਦੇ। ਦੁੱਖ ਮੈਂ ਸਭੈ ਸਮਾਈ ਦੁੱਖਾਂ 'ਚ ਸਮਾਈ ਦਿੰਦੇ। ਜਿਹਨੇ ਦਿਨ ਭਰ ਸੁੱਖ ਦਾ ਆਨੰਦ ਨਹੀਂ ਮਾਣਾ ਰਾਤ ਨੂੰ ਕਿਵੇਂ ਸੁਪਨੇ 'ਚ ਸੁੱਖ ਪ੍ਰਾਪਤ ਕਰੇਗਾ। ਉਹ ਸੁਪਨੇ 'ਚ ਵੀ ਦੁਖੀ ਉਹ ਜਿਉਂਦੇ ਵੈਸੇ ਤੇ ਦੁਖੀ ਨੇ। ਮਹਾਰਾਜ ਕਹਿੰਦੇ ਇਹੋ ਜਿਹਾ ਨੂੰ ਸੁਪਨੇ 'ਚ ਸੁੱਖ ਨਹੀਂ ਮਿਲਦਾ ਜਿਹੜੇ ਰੱਬ ਤੋਂ ਗੁਰੂ ਨਾਲੋਂ ਛੁੱਟੇ ਹੋਏ ਹਨ। ਮਹਾਰਾਜ ਕਹਿੰਦੇ ਜੇ ਹਰ ਹਰ ਕੀਚੇ ਬਹੁਤ ਰੁਚੀ ਹੈ ਕਿਰਤ ਨਾ ਮਿਟਿਆ ਜਾਏ। ਕਈ ਵਾਰੀ ਨਾ ਬੰਦੇ ਦੀ ਇਹ ਨਾਰਾਜ਼ਗੀ ਹੁੰਦੀ ਹੈ ਵੀ ਮੈਂ ਤੇ ਹੁਣ ਬੜਾ ਜਪਦਾ ਮੈਨੂੰ ਮਿਲਿਆ ਕਿਉਂ ਨਹੀਂ। ਮਹਾਰਾਜ ਕਹਿੰਦੇ ਹਰ ਜਿੰਨਾ ਮਰਜ਼ੀ ਕਰ ਲਓ ਪਿਛਲਾ ਕਿਰਤ ਨਹੀਂ ਮਿਟਿਆ ਜਾਣਾ ਜੋ ਤੂੰ ਪਹਿਲਾਂ ਕਰ ਚੁੱਕਿਆ। ਹੁਣ ਮਨ ਬੰਦਾ ਜੁੜ ਜਾਂਦਾ ਤੂੰ ਫਿਰ ਰਾਤ ਹੀ ਜਪਣਾ ਸ਼ੁਰੂ ਕਰ ਦਿੰਦਾ ਤੇ ਕੁਝ ਦਿਨ ਜਪਦਾ ਤੇ ਫਿਰ ਕਹਿੰਦਾ ਜੀ ਮੈਂ ਤੇ ਬੜਾ ਭਗਤ ਬਣ ਗਿਆ। ਮੈਂ ਮਹਾਰਾਜ ਕਹਿੰਦੇ ਫਿਰ ਵੀ ਤੂੰ ਕੁਝ ਨਹੀਂ ਮਿਲਦਾ ਮੁੱਖ ਤੋਂ ਭਾਵੇਂ ਹਰ ਬਹੁਤ ਕਰਦਾ ਕਿਉਂਕਿ ਪਿਛਲੀ ਕਿਰਤ ਨੂੰ ਨਹੀਂ ਮਿਟਿਆ ਜਾ ਸਕਦਾ। ਪਿਛਲੇ ਕਰਮ ਜਿਹੜੇ ਨੇ ਕੀਤੇ ਉਹ ਪਹਿਲਾਂ ਸਾਫ਼ ਹੋਣਗੇ ਕਲੀਅਰ ਹੋਏਗਾ ਸਭ ਕੁਝ ਤੇ ਫਿਰ ਅੱਗੇ ਇਹਨੂੰ ਪ੍ਰਾਪਤੀ ਹੋਣੀ ਹੈ। ਮੰਨ ਲਓ ਸਾਡੀ ਜਿੰਨੀ ਉਮਰ ਹੋ ਗਈ ਅਸੀਂ ਜਾਣੇ ਅਣਜਾਣੇ 'ਚ ਬਹੁਤ ਪਾਪ ਕੀਤੇ ਅੱਜ ਅਸੀਂ ਜਪਣਾ ਸ਼ੁਰੂ ਕਰ ਦਿੰਦੇ ਹਾਂ। ਪਹਿਲਾਂ ਸਾਡੇ ਉਹ ਪਾਪ ਖਤਮ ਹੋਣਗੇ। ਪਹਿਲਾਂ ਸਾਨੂੰ ਅੰਦਰੋਂ ਐ ਸ਼ੁੱਧ ਕਰੇਗੀ ਬਾਣੀ ਐ ਅੰਦਰੋਂ ਨਿਰਮਲ ਹੋਵਾਂਗੇ। ਅਗਲੀ ਬਖਸ਼ਿਸ਼ ਫਿਰ ਵਰਤਣੀ ਹੈ ਕਿ ਅਸੀਂ ਕਹਿੰਦੇ ਵੀ ਹੁਣ ਮੈਂ ਜਪਣਾ ਸ਼ੁਰੂ ਕੀਤਾ ਤੇ ਹੁਣ ਮੈਂ ਭਗਤ ਵੀ ਵੱਡਾ ਬਣ ਗਿਆ। ਹੁਣ ਤੇ ਮੈਂ ਰੱਬ ਦੇ ਨੇੜੇ ਹੋਣ ਤੇ ਰੱਬੀ ਬਖਸ਼ਿਸ਼ ਮੇਰੇ ਤੇ ਵਰਤਦੀ ਨਹੀਂ ਹੈ। ਮਹਾਰਾਜ ਕਹਿੰਦੇ ਕਿਤੇ ਨਾ ਕਿਤੇ ਕਿਰਤ ਜਿਹੜਾ ਉਹ ਜਪਿਆ ਮਿਟਦਾ ਹੈ ਤੇ ਹਜੇ ਮਿਟਿਆ ਨਹੀਂ ਗਿਆ। ਮੰਨ ਲਓ ਵੀ ਮੈਂ ਹੁਣ ਜੋ ਕਰਮ ਕਰ ਰਿਹਾ ਇਹਨਾਂ ਕਰਮਾਂ ਦਾ ਮੈਨੂੰ ਫਲ ਮਿਲਣਾ ਸ਼ੁਰੂ ਹੋ ਜਾਣਾ ਤੇ ਮੈਂ ਜਪਣਾ ਵੀ ਸ਼ੁਰੂ ਕਰਾਂ। ਜਿਹੜੇ ਮੈਂ ਕਰਮ ਕੀਤੇ ਨੇ ਉਹ ਸਹੀ ਉਹਨਾਂ ਦਾ ਜਿਹੜਾ ਅਸਰ ਜਾਂ ਉਹਨਾਂ ਦਾ ਜੋ ਕੁਝ ਉਹ ਖਤਮ ਹੋਣਾ ਫਿਰ ਅਗਲੀ ਪ੍ਰਾਪਤੀ ਹੋਣੀ ਹੈ ਫਿਰ ਰੱਬ 'ਚ ਹੀ ਸਮਾਉਣਾ। ਤੇ ਮਹਾਰਾਜ ਕਹਿੰਦੇ ਜੇ ਮੁੱਖੋਂ ਹਰ ਬਹੁਤ ਕਰਦਾ ਨਾ ਕੋਈ ਗੋਚੀਏ ਬਹੁਤ ਗੋਚਦਾ ਵੀ ਮੈਨੂੰ ਆ ਮਿਲੇ। ਮਹਾਰਾਜ ਕਹਿੰਦੇ ਕਿਰਤ ਫਿਰ ਵੀ ਨਹੀਂ ਮਿਟਿਆ ਜਾਂਦਾ ਹੈ ਜੀ। ਜਿਹਨਾਂ ਭਗਤਾਂ ਨੇ ਹਰ ਦਾ ਭਾਣਾ ਮੰਨ ਲਿਆ ਉਹ ਭਗਤ ਥਾਏ ਪੈ ਗਏ। ਇਹ ਤੇ ਸਭ ਤੋਂ ਕਦਾਰ ਨੇ ਪਹਿਲੇ ਬੇਨਤੀ ਕੀਤੀ ਗੁਰੂ ਦੀ ਸਿੱਖਿਆ ਤੇ ਚੱਲ ਕੇ ਰੱਬ ਦੀ ਰਜ਼ਾ ਚਾਹ ਜਾਣਾ ਬੜਾ ਔਖਾ ਹੈ।
ਇੱਥੇ ਮਹਾਰਾਜ ਨੇ ਉਹੀ ਗੱਲ ਹੀ ਕਹਿ ਦਿੱਤੀ, ਹਰ ਕਾ ਭਾਣਾ ਭਗਤੀ ਮੰਨਿਆ ਭਗਤਾਂ ਨੇ। ਹਰ ਦੇ ਭਾੜੇ ਨੂੰ ਮੰਨਣਾ ਕੀਤਾ, ਸੇ ਭਗਤ ਉਹ ਜਿਨ੍ਹਾਂ ਨੇ ਭਾੜਾ ਮੰਨਿਆ। ਪਏ ਦਰ ਥਾਏ, ਉਹ ਦਰ ਤੇ ਕੁਰਬਾਨ ਹੋ ਗਏ, ਉਹ ਥਾਏ ਪੈ ਗਏ। ਜਿਨ੍ਹਾਂ ਨੇ ਭਾੜਾ ਮੰਨਿਆ, ਜਿਹੜੇ ਰਜ਼ਾ 'ਚ, ਜਿਹੜੇ ਹੁਕਮ 'ਚ ਚੱਲਣ ਲੱਗੇ ਜੀ। ਗੁਰ ਸ਼ਬਦ ਨਿਰਾਵੈ ਰੰਗ ਸਿਆਮ, ਬਿਨ ਕਿਰਪਾ ਲਿਆ ਨਾ ਉਹਦੇ ਜਾਏ। ਪ੍ਰੇਮ ਰੰਗ 'ਚ ਰੰਗ ਕੇ ਗੁਰੂ ਦੇ ਸ਼ਬਦ ਨੂੰ ਦ੍ਰਿੜ ਕਰਦੇ ਸਿੱਖਿਆ। ਅਸੀਂ ਸਿੱਖਿਆ ਦਾ ਦ੍ਰਿੜ ਕਰ ਪਾਉਂਦੇ। ਕੱਲ੍ਹ ਮਹਾਰਾਜ ਨੇ ਹੋਰ ਕਿਸੇ ਵਿਸ਼ੇ ਦੀ ਗੱਲ ਕੀਤੀ, ਉਹ ਅਸੀਂ ਦ੍ਰਿੜ ਕਰਕੇ ਉਹ ਬਚਨ ਮਹਾਰਾਜ ਦਾ ਪੱਲੇ ਬੰਨ ਲਿਆ। ਅੱਜ ਅਸੀਂ ਹੋਰ ਸਿੱਖਿਆ ਲੈਣ ਆਏ, ਇਹ ਵੀ ਬਚਨ ਅਸੀਂ ਦ੍ਰਿੜ ਕਰਨਾ। ਮਹਾਰਾਜ ਕਹਿੰਦੇ ਭਾਈ ਗੁਰੂ ਦੇ ਬਚਨ ਨੂੰ ਦ੍ਰਿੜ ਕਰਦਾ ਹੈ। ਗੁਰ ਸ਼ਬਦ ਦ੍ਰਿੜਾਵੇ ਰੱਬ ਸੋ, ਬਿਨ ਕਿਰਪਾ ਦਇਆ ਨਾ ਜਾਏ। ਇਹ ਬਖਸ਼ ਜਿਹੜਾ ਨਾਮ ਹੈ ਨਾ, ਬਿਨਾਂ ਕਿਰਪਾ ਤੋਂ ਭਗਤੀ ਭਗਤ ਦਾਨ। ਪਹਿਲਾਂ ਕਹਿੰਦਾ ਭਾਰਤ 'ਚ ਰਹਿਣਾ, ਇਹ ਭਗਤ, ਇਹ ਦਾਤ ਜਿਹੜੀ ਇਹ ਕਿਰਪਾ ਤੋਂ ਬਗੈਰ ਨਹੀਂ ਮਿਲਦੀ ਹੈ। ਉਹਨੂੰ ਜਪਣ ਵਾਲੀ ਜਾਂ ਭਾਣੇ ਚੌਣ ਵਾਲੀ ਜਿਹੜੀ ਦਾਤ ਹੈ, ਇਹ ਸ਼ਬਦ ਦ੍ਰਿੜ ਕਰਾਂਗੇ ਤੇ ਫਿਰ ਗੱਲ ਬਣਦੀ ਹੈ। ਫਿਰ ਉਹਦੇ ਨਾਲ ਪ੍ਰੇਮ ਪਏਗਾ, ਵਾਹਿਗੁਰੂ ਨਾਲ ਪ੍ਰੇਮ ਰੰਗ ਚ ਆਤਮਾ ਰੰਗੀ ਜਾਂਦੀ ਹੈ। ਤੇ ਫਿਰ ਮਹਾਰਾਜ ਕਹਿੰਦੇ ਉਹ ਕਿਰਪਾ ਕਰਦਾ ਹੈ। ਉਹਦੀ ਕਿਰਪਾ ਤੋਂ ਬਗੈਰ ਇਹ ਨਾਮ ਦੀ ਦਾਤ ਔਰ ਭਾਣੇ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਉਹਦੀ ਬਖਸ਼ਿਸ਼ ਨਾਲ ਹੀ ਭਾਈ ਗੁਰੂ ਇਸ ਅਵਸਥਾ 'ਤੇ ਪਹੁੰਚਦਾ ਹੈ। ਜੇ ਸੋ ਅੰਮ੍ਰਿਤ ਨੀਰੀਐ, ਪੀਗਤ ਫਲ ਲਾਗੈ ਨਾਏ। ਹੁਣ ਮੰਨ ਲਓ ਅਸੀਂ ਇੱਕ ਦਰਖਤ ਦੀ ਤਰ੍ਹਾਂ ਹੈ, ਸਰੀਰ ਦਰਖਤ ਮੰਨ ਲਓ। ਜੇ ਸੋ ਅੰਮ੍ਰਿਤ ਨੀਰ ਨਹੀਂ ਦਾ ਸਿੰਚਣਾ, ਜੇ ਅਸੀਂ ਅੰਮ੍ਰਿਤ ਸਿੰਚਣ ਦਾ ਯਤਨ ਕਰੀਏ, ਅੰਦਰ ਭੀ ਵੇਖੋ ਫਲ ਲੱਗ ਆਏ, ਕਹਿੰਦੇ ਉਹ ਅੰਮ੍ਰਿਤ ਹੀ ਜ਼ਹਿਰ ਬਣ ਜਾਂਦਾ। ਫਲ ਜ਼ਹਿਰ ਲੱਗਦਾ ਕਿਉਂ? ਅਸੀਂ ਤੇ ਆਪਣੇ ਨੂੰ ਅੰਮ੍ਰਿਤ ਬੀਜਿਆ, ਜ਼ਹਿਰ ਕਿਉਂ ਬਣ ਗਿਆ? ਹੁਣ ਅਸੀਂ ਕੀ ਕਰ ਰਹੇ ਹਾਂ? ਅੰਮ੍ਰਿਤ ਤੇ ਬੀਜ ਰਹੇ ਹਾਂ। ਤੇ ਜਦੋਂ ਉੱਥੇ ਜਾ ਕੇ ਅਸੀਂ ਕਿਸੇ ਨੂੰ ਚੁਗਲੀ ਕਰ ਦਿੱਤੀ, ਨਿੰਦਿਆ ਕਰ ਦਿੱਤੀ, ਕਿਸੇ ਤੇ ਕ੍ਰੋਧ ਆ ਗਿਆ, ਕੋਈ ਵਿਕਾਸ ਫਿਰ ਉਹ ਕੀ ਹੋ ਗਿਆ? ਅੰਮ੍ਰਿਤ ਜਿਹੜਾ ਉਹ ਜ਼ਹਿਰ 'ਚ ਬਦਲ ਜਾਂਦਾ ਹੈ। ਗੀਤਾ ਦੀ ਅੰਮ੍ਰਿਤ ਹੀ ਹੈ, ਅੰਮ੍ਰਿਤ ਅਸੀਂ ਪੀ ਰਹੇ ਹਾਂ, ਪਰ ਜ਼ਹਿਰ ਕਿਉਂ ਬਣ ਜਾਂਦਾ ਹੈ? ਕਈ ਵਾਰੀ ਨਾ ਕੋਈ ਬਰਤਨ ਇਹੋ ਜਿਹੇ ਹੁੰਦੇ ਹੈ, ਤੁਸੀਂ ਉਹਦੇ 'ਚ ਕੋਈ ਚੀਜ਼ ਪਾਓਗੇ ਉਹ ਤੁਹਾਡੇ ਪੀਣ ਯੋਗ ਨਹੀਂ ਰਹੇਗੀ, ਕਿਉਂਕਿ ਬਰਤਨ ਠੀਕ ਨਹੀਂ। ਬਰਤਨ ਪਾਏ ਪਦਾਰਥ ਦੀ ਤਸੀਰ ਬਦਲ ਦਿੰਦਾ ਹੈ। ਪਦਾਰਥ ਕਿਸੇ ਬਰਤਨ 'ਚ, ਜਿਵੇਂ ਹੁਣ ਪਲਾਸਟਿਕ ਅਸੀਂ ਵਰਤਦੇ ਹਾਂ, ਤੇ ਜਿਹੜੇ ਡਾਕਟਰ ਨੇ ਉਹ ਕਹਿੰਦੇ ਨੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਪਲਾਸਟਿਕ ਦਾ ਬਰਤਨ ਹੈ, ਜਿਹਦੇ 'ਚ ਅਸੀਂ ਚਾਹ ਪੀਂਦੇ ਹਾਂ ਗਰਮ ਚੀਜ਼ ਪਾ ਕੇ, ਜਾਂ ਇਹ ਚੀਜ਼ ਨੂੰ ਡਿਸਪੋਜ਼ਲ ਵਗੈਰਾ ਗਲਤ ਚੀਜ਼ਾਂ ਅਸੀਂ ਵਰਤਣ ਲੱਗ ਪਏ, ਉਹ ਜਦੋਂ ਕੈਂਸਰ ਹੈ। ਤੇ ਪੀਣ ਤੇ ਅਸੀਂ ਚੰਗੀ ਚੀਜ਼ ਚਾਹੁੰਦੇ ਸੀ, ਪਰ ਬਰਤਨ ਠੀਕ ਨਹੀਂ, ਉਹ ਸਾਡੇ ਬਾਅਦ ਤੇ ਬਿਮਾਰੀ ਬਣਿਆ ਉਹ ਪਦਾਰਥ ਜਿਹੜਾ ਅਸੀਂ ਪੀਤਾ। ਬਸ ਆਹੀ ਗੱਲ ਹੈ, ਸਾਡਾ ਅੰਦਰ ਜਿਹਨੇ ਪੂਰਨ ਤੌਰ 'ਤੇ ਜੁੜਿਆ, ਪਾਇਆ ਤੇ ਅੰਮ੍ਰਿਤ ਅਸੀਂ ਬਣ ਗਿਆ ਕਿਉਂਕਿ ਬਰਤਨ ਠੀਕ ਨਹੀਂ ਅੰਦਰ। ਕੋਈ ਪਵਿੱਤਰ ਚੀਜ਼ ਗੰਦੀ ਥਾਂ 'ਤੇ ਰੱਖ ਦਿਓ ਕਿ ਪਵਿੱਤਰ ਰਹੇਗੀ? ਬਿਲਕੁਲ ਨਹੀਂ, ਕਿਉਂਕਿ ਜਗ੍ਹਾ ਠੀਕ ਨਹੀਂ, ਜਗ੍ਹਾ ਠੀਕ ਨਹੀਂ। ਦੁੱਧ ਹੋਣਾ ਹੀ ਕੋਈ ਚੱਬ ਦੇ ਬਰਤਨ 'ਚ, ਚੱਬ ਦੇ ਲੋਟੇ 'ਚ ਥੋੜ੍ਹੀ ਪਾ ਸਕਦੇ ਹਾਂ। ਚੱਬ ਦਾ ਕੱਪੜੇ ਦਾ ਕੋਈ ਚੀਜ਼ ਬਣੀ ਹੁੰਦੀ, ਆ ਕੇ ਦੁੱਧ ਪਾ ਦੇ, ਬਿਲਕੁਲ। ਉਹ ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ ਜੇ ਜਗ੍ਹਾ ਚੰਗੀ ਨਹੀਂ ਹੈ। ਤੇ ਅਸੀਂ ਤੇ ਜ਼ਹਿਰ ਉਹ ਬੀਜਿਆ ਅੰਮ੍ਰਿਤ ਸੀ, ਜ਼ਹਿਰ ਕਿਉਂ ਹੋ ਗਿਆ? ਇਹਦਾ ਮਤਲਬ ਸਾਡੇ ਅੰਦਰ ਉਹ ਹਿਰਦੇ ਰੂਪੀ ਬਰਤਨ ਠੀਕ ਨਹੀਂ ਹੈ। ਤੇ ਕਈ ਵਾਰੀ ਕਰਮ ਵੀ ਇਹੋ ਜਿਹੇ ਨਹੀਂ ਹੁੰਦੇ, ਜਦੋਂ ਕਰਮ ਸਾਥ ਦੇ ਤਾਂ ਉਦੋਂ ਜ਼ਹਿਰ ਵੀ ਅੰਮ੍ਰਿਤ ਬਣਦੀ ਹੈ। ਉਹ ਮੀਰਾਬਾਈ ਦਾ ਇਤਿਹਾਸ ਸੁਣਿਆ, ਸ਼੍ਰੀ ਕ੍ਰਿਸ਼ਨ ਜੀ ਦੀ ਬਹੁਤ ਵੱਡੀ ਭਗਤ ਸੀ, ਤੇ ਵਿਰੋਧੀਆਂ ਨੇ ਜ਼ਹਿਰ ਦੇ ਦਿੱਤਾ, ਕਹਿੰਦੇ ਵੀ ਇਹਨੂੰ ਜ਼ਹਿਰ ਦੇ ਦਿਓ। ਕਿ ਉਹ ਜ਼ਹਿਰ ਜਦੋਂ ਰਸਮਾਂ 'ਤੇ ਗਿਆ ਤਾਂ ਅੰਮ੍ਰਿਤ ਬਣ ਗਿਆ। ਕਹਿੰਦੇ ਬੜੀ ਮੌਤ ਨਹੀਂ ਹੋਈ, ਇਹਨੂੰ ਜ਼ਹਿਰ ਰਿਹਾ ਹੀ ਨਹੀਂ। ਸਾਡੇ ਅੰਦਰ ਗਿਆ ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ ਹੈ। ਜੇ ਸਾਨੂੰ ਕੋਈ ਕਹਿ ਦੇ ਬਾਬਾ ਜੀ ਤੁਸੀਂ ਬਾਣੀ ਬੜੀ ਪੜ੍ਹਦੇ ਹੋ, ਆਹ ਕੀ? ਇਹਦਾ ਮਤਲਬ ਅੰਮ੍ਰਿਤ ਹੈ ਹੀ ਨਹੀਂ ਸਾਡੇ ਅੰਦਰ, ਉਹ ਤਾਂ ਜ਼ਹਿਰ ਹੈ। ਡੰਗ ਮੰਨ ਲਓ ਮੈਂ ਜਾ ਕੇ ਨਾਲ ਧੋਖਾ ਕਰਾਂ, ਡੰਗ ਤੇ ਮਾਰਨਾ, ਸੱਪ ਕੀ ਕਰਦਾ ਉਹਦੇ ਅੰਦਰ ਜ਼ਹਿਰ ਨਹੀਂ, ਡੰਗ ਮਾਰਦਾ ਦੂਸਰੇ ਨੂੰ ਮਾਰ ਦਿੰਦਾ। ਬਾਅਦ ਕਹਿੰਦੇ ਇਕੱਠਾ ਤੇ ਇਹ ਅੰਮ੍ਰਿਤ ਕਰਨ ਦਾ ਯਤਨ ਕਰਦੇ ਵੀ ਜ਼ਹਿਰ ਬਣ ਜਾਂਦਾ ਹੈ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ। ਉਹ ਜਨ ਸੱਚੇ ਤੇ ਪਵਿੱਤਰ ਨਿਰਮਲ ਨੇ, ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਦਾ ਪਿਆਰ ਸਤਿਗੁਰਾਂ ਦੇ ਨਾਲ ਹੈ। ਸਤਿਗੁਰ ਕਾ
ਉਹ ਸਤਿਗੁਰੂ ਦੇ ਭਾਣੇ ਨੂੰ ਕਮਾਉਂਦੇ ਆ, ਗੁਰੂ ਦੀ ਸਿੱਖਿਆ ਤੇ ਚੱਲਦੇ। ਗੁਰੂ ਦਾ ਭਾਣਾ, ਗੁਰੂ ਦੀ ਸਿੱਖਿਆ, ਰੱਬ ਦਾ ਭਾਣਾ ਜੋ ਕਰਦਾ ਉਹਦੀ ਰਜ਼ਾ ਚ, ਗੁਰੂ ਦਾ ਭਾਣਾ ਗੁਰੂ ਦੀ ਸਿੱਖਿਆ ਤੇ ਚੱਲਣਾ ਹੀ ਹੈ। ਉਹ ਭਾਈ ਗੁਰੂ ਦਾ ਭਾਣਾ ਕਮਾਉਂਦੇ ਹਨ। ਉਹ ਵੇਖ ਜ਼ਹਿਰ ਤੇ ਵਿਕਾਰਾਂ ਦਾ, ਹਉਮੈ ਦਾ ਤਿਆਗ ਕਰ ਦਿੰਦੇ ਨੇ। ਜਿਹੜੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ, ਗੁਰੂ ਦੀ ਸਿੱਖਿਆ ਤੇ ਚੱਲਦੇ, ਉਹਨਾਂ ਅੰਦਰ ਕੋਈ ਵਿਕਾਰ, ਹਉਮੈ, ਵਿਸ਼ੇ ਵਿਕਾਰਾਂ ਦੀ ਜ਼ਹਿਰ ਨਹੀਂ ਵੱਜਦੀ ਹੈ ਜੀ। ਸਿਮਰਤੀਆਂ ਸ਼ਾਸਤਰਾਂ ਦੇ ਅੰਦਰ ਕਿਤੇ ਸੋਧ ਹੋ ਜਾਇਆ ਕਰਦੇ, ਪੜ੍ਹ ਕੇ ਇਹਨਾਂ ਨੂੰ ਭੋਗ ਕੇ ਵੇਖੋ। ਮਹਾਰਾਜ ਕਹਿੰਦੇ ਮਨ ਹੱਠ ਕਿਤੇ ਉਪਾਏ ਨਾ ਛੁੱਟੀਏ। ਮਨ ਦੇ ਹੱਠ ਕਰਕੇ ਨਹੀਂ ਛੁੱਟ ਸਕਦੇ। ਤੁਸੀਂ ਆਪਣੀ ਮਰਜ਼ੀ ਨਾਲ ਹੀ ਸੋਚ ਲਓ, ਮੈਂ ਆਹ ਕਰਨਾ ਹੈ ਜੀ ਤਾਂ ਗੁਰੂ ਖੁਸ਼ ਹੋਏਗਾ। ਇਸ ਤਰ੍ਹਾਂ ਵੀ ਗੁਰੂ ਨੂੰ ਪੁੱਛ ਕੇ ਕਰੋ, ਗੁਰੂ ਕਿਵੇਂ ਖੁਸ਼ ਹੋਏਗਾ। ਮੰਨ ਲਓ ਮੈਂ ਹੱਥ ਕਰ ਲਾ, ਘਰੋਂ ਵੀ ਮੈਂ ਕਥਾ ਤੇ ਆਉਣਾ ਵੀ ਮੈਂ ਨੰਗੇ ਪੈਰੀ ਹੁਣ 40 ਦਿਨ ਜਾਣਾ, ਉਹ ਮੇਰਾ ਹੱਕ ਹੈ। ਮੈਂ ਗੁਰੂ ਤੋਂ ਪੁੱਛਿਆ ਹੀ ਨਹੀਂ ਕਿ ਮੈਂ ਨੰਗੇ ਪੈਰੀ ਆਵਾਂ, ਤੁਸੀਂ ਮੈਨੂੰ ਗੱਲ ਲਾਓਗੇ ਕਿ ਮੇਰਾ ਨੰਗੇ ਪੈਰੀ ਘਰੋਂ ਚੱਲ ਕੇ ਆਉਣਾ ਪ੍ਰਵਾਨ ਹੈ। ਤੁਸੀਂ ਭਾਵੇਂ ਬਹੁਤ ਸਰਕਾਰ ਦੇ ਬਾਬਾ ਜੀ ਦੇ ਭਾਈ ਉਹ ਨੰਗੇ ਪੈਰੀ ਚੱਲ ਕੇ ਆਉਂਦੇ ਆ। ਇਹ ਗੁਰੂ ਸਾਹਿਬ ਨੂੰ ਪੁੱਛੋ ਕਿ ਮਹਾਰਾਜ ਤੁਹਾਨੂੰ ਪ੍ਰਵਾਨ ਨੂੰ ਮੈਂ ਨੰਗੇ ਪੈਰੀ ਘਰੋਂ ਚੱਲ ਕੇ ਆਵਾਂ। ਇਹ ਮੈਂ ਸੋਚਿਆ ਕਿ ਮੈਂ ਨੰਗੇ ਪੈਰੀ, ਗੁਰੂ ਨੂੰ ਪੁੱਛ ਕੇ ਨਹੀਂ ਮੈਂ ਕੀਤਾ ਵੀ ਗੁਰੂ ਸਾਹਿਬ ਜੀ ਕੀ ਕਹਿੰਦੇ ਵੀ ਕਿਵੇਂ ਤੈਨੂੰ ਅਵਸਥਾ ਪ੍ਰਾਪਤ ਹੋ ਸਕਦੀ, ਕਿਵੇਂ ਰੱਬ ਨਾਲ ਜੋੜੋ। ਇਹ ਗੁਰੂ ਨੂੰ ਪੁੱਛ ਕੇ ਕਰਨਾ ਪੈਣਾ। ਮਹਾਰਾਜ ਕਹਿੰਦੇ ਸਿਮਰਤੀਆਂ ਸ਼ਾਸਤਰਾਂ ਨੂੰ ਸੋਧ ਕੇ ਵੇਖ ਲਓ, ਮਨ ਹੱਥ ਕਰਕੇ ਬੰਦਾ ਵਿਕਾਰਾਂ ਤੋਂ, ਹਉਮੈ ਤੋਂ ਨਹੀਂ ਛੁੱਟ ਸਕਦਾ, ਨਹੀਂ ਬਚ ਸਕਦਾ ਹੈ। ਹਾਂ, ਬਚੇਗਾ ਲੋਕ ਕਿਵੇਂ ਹੱਥ ਕਰਕੇ ਨਹੀਂ, ਮਿਲ ਸੰਗਤ ਨਾਲ ਮਿਲ ਕੇ ਆਪ ਜੀ ਬੈਠੇ ਸਾਧੂ ਨੂੰ, ਸਾਧੂ ਨੂੰ ਮਿਲ ਕੇ ਬਚ ਸਕਦਾ ਹੈ। ਗੁਰ ਕਾ ਸ਼ਬਦ ਕਮਾਈ, ਸੰਗਤ 'ਚ ਬੈਠ ਕੇ ਗੁਰੂ ਸਾਧੂ ਕੋਲ ਬੈਠ ਕੇ ਸ਼ਬਦ ਦੀ ਕਮਾਈ ਕਰਕੇ ਮਨੁੱਖ ਹਉਮੈ ਤੇ ਵਿਕਾਰਾਂ ਤੋਂ ਬਚ ਸਕਦਾ, ਛੁੱਟ ਸਕਦਾ। ਨਾਮ ਹੀ ਖਜ਼ਾਨਾ ਹੈ ਜਿਹੜਾ ਗੁਰੂ ਤੋਂ ਮਿਲਦਾ ਹੈ। ਹਰ ਕਾ ਨਾਮ ਨਿਧਾਨ ਹੈ, ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਉਪਜੈ। ਨਾਮ ਹੀ ਨਿਧਾਨ ਖਜ਼ਾਨਾ, ਸਰਬ ਨਿਧਾਨ ਤੇ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ। ਉਹਨੂੰ ਜਪ ਕੇ ਦਰਗਾਹ 'ਚ ਪ੍ਰਵਾਨ ਹੋਵਾਂਗੇ। ਖਜ਼ਾਨਾ ਸਭ ਤੋਂ ਵੱਡਾ ਨਾਮ ਹੈ, ਮਹਾਰਾਜ ਕਹਿੰਦੇ ਗੁਰੂ ਤੋਂ ਮਿਲਦਾ ਹੈ। ਇਸ ਖਜ਼ਾਨੇ ਦਾ ਕੋਈ ਅੰਤ ਨਹੀਂ ਤੇ ਪਾਰਾਵਾਰ ਵੀ ਨਹੀਂ, ਉਰਲਾ ਪਾਰਲਾ ਪਾਸਾ ਇਹ ਵਿਅਰਥ ਖਜ਼ਾਨਾ ਹੈ। ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਇਸ ਖਜ਼ਾਨੇ ਨੂੰ ਰਲ ਮਿਲ ਕੇ ਵਰਤਦਾ ਹੈ। ਕੋਈ ਗੁਰਮੁਖ ਭਾਈ ਸੋਹਣੇ ਲੱਗਦੇ ਹਨ ਜਿਨ੍ਹਾਂ ਤੇ ਕਰਤਾਰ ਕਿਰਪਾ ਕਰਦੇ ਹੁੰਦੇ, ਜਿਨ੍ਹਾਂ ਦਾ ਜੀਵਨ ਸੋਹਣਾ ਬਣ ਕੇ ਉਹ ਸਾਰਿਆਂ ਨੂੰ ਸੋਹਣੇ ਲੱਗਣਗੇ, ਜਿਨ੍ਹਾਂ 'ਚ ਗੁਣ ਚੰਗੇ ਉਹ ਸਾਰਿਆਂ ਨੂੰ ਚੰਗੇ ਲੱਗਦੇ ਆ। ਮਹਾਰਾਜ ਕਹਿੰਦੇ ਜਿਹੜੇ ਸਹੀ ਸੁੰਦਰ ਸੋਹਣੇ ਸਾਧ ਸੰਗਤ ਜੇ ਬੈਠ ਜਿਹੜੇ ਸੰਗਤ 'ਚ ਆਣ ਕੇ ਬੈਠਦੇ ਆ, ਮਹਾਰਾਜ ਕਹਿੰਦੇ ਉਹ ਵੀ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਇਹ ਕਰਤਾਰ ਹੀ ਕਿਰਪਾ ਕਰਦਾ ਹੈ ਜੀ। ਸਤਿਗੁਰੂ ਕਹਿੰਦੇ ਦਾਤਾ ਇੱਕ ਹੀ ਹੈ, ਦਦਾ ਦਾਤਾ ਇੱਕ ਹੈ। ਮਹਾਰਾਜ ਕਹਿੰਦੇ ਹੋਰ ਕੋਈ ਦੂਸਰਾ ਦਾਤਾ ਸ੍ਰਿਸ਼ਟੀ ਦਾ ਨਹੀਂ, ਦੂਜਾ ਕੋਈ ਹੈ ਹੀ ਨਹੀਂ ਹੈ। ਅਸੀਂ ਇਹ ਵੀ ਕਹਿ ਸਕਦੇ ਆਹ ਦਾਤ ਮੈਨੂੰ ਇੱਧਰੋਂ ਮਿਲੀ ਤੇ ਆਹ ਦਾਤ ਇੱਧਰੋਂ ਮਿਲੀ, ਦਾਤਾ ਇੱਕ ਹੈ। ਔਰ ਸਭ ਕੋ ਦੇਵਨਹਾਰ ਦਿੰਦੇ, ਕੋਟ ਨਾ ਆਵਈ ਅਗੰਤ ਭਵੇ, ਭੰਡਾਰ ਦਿੰਦਾ ਦੇ ਲੈਂਦੇ ਥੱਕ। ਭਾਈ ਇੱਕ ਦਾਤਾ ਸਭਨਾ ਜੀਆਂ ਦਾ, ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਇੱਕ ਦਾਤਾ ਉਹ ਸਾਨੂੰ ਕਦੇ ਭੁੱਲੇ ਨਾ, ਅਸੀਂ ਉਹਨੂੰ ਵਿਸਾਰੀਏ ਨਾ ਸੰਸਾਰ ਨੂੰ। ਇੱਕ ਦਾਤੇ ਨੂੰ ਸਭ ਕੁਝ ਦੇ ਕੇ ਨਵਾਜਿਆ ਹੈ। ਹਾਂ, ਜੇ ਉਸ ਦਾਤੇ ਨੂੰ ਪ੍ਰਾਪਤ ਕਰਨਾ ਗੁਰੂ ਦੀ ਕਿਰਪਾ ਦੁਆਰਾ ਕੀਤਾ ਜਾ ਸਕਦਾ। ਗੁਰ ਪ੍ਰਸਾਦੀ ਦਾਤਾ ਮਿਲ ਜਾਂਦਾ ਹੈ। ਕਹਿੰਦੇ ਬਖਸ਼ਿਸ਼ ਨਾਲ ਹੀ ਪ੍ਰਾਪਤ, ਇੱਥੇ ਕਰਮ ਦਾ ਅਰਥ ਬਖਸ਼ਿਸ਼ ਹੈ। ਗੁਰੂ ਬਖਸ਼ਿਸ਼ ਕਰੇਗਾ, ਕਿਰਪਾ ਕਰੇਗਾ, ਉਸ ਦਾਤੇ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਮੰਨ ਲਓ ਵੀ ਸਾਡਾ ਸਰੀਰ ਦਰਖਤ ਹੈ,
ਤੇ ਪੰਛੀ ਉੱਤੇ ਸਾਡਾ ਮਨ ਹੈ। ਤੇ ਮਨ ਕੀ ਕਰਦਾ? ਸੱਚ ਚੁਗੈ ਗੁਰ ਭਾਈ। ਗੁਰੂ ਦੇ ਪ੍ਰੇਮ ਚ ਆ ਕੇ ਸੱਚ ਦਾ ਚੋਗ ਚੁਗਦਾ ਹੈ। ਸਰੀਰ ਦਰਖਤ ਹੈ, ਵੈਸੇ ਗੁਰਮੁਖ ਕਿਸੇ ਅਸੀਂ ਦਰਖਤ ਕਰਕੇ ਬਣ ਜਾਈਏ, ਇਹ ਬੜੀ ਵੱਡੀ ਬਖਸ਼ਿਸ਼ ਵਰਤੀ ਹੈ। ਮਹਾਂਪੁਰਖ ਜਿਹੜਾ ਹੁੰਦਾ ਨਾ, ਗੁਰੂ ਦਰਖਤ ਵਰਗਾ ਹੀ ਹੁੰਦਾ ਹੈ। ਛਾਂ ਵੀ ਦਿੰਦਾ ਹੈ, ਉਹ ਫਲ ਵੀ ਦਿੰਦਾ ਹੈ, ਤੇ ਉਹ ਫੁੱਲ ਵੀ ਲੱਗਦੇ ਆ। ਔਰ ਦਰਖਤ ਜਿਹੜਾ ਨਾ, ਉਹ ਕੱਟਿਆ ਹੋਇਆ ਵੀ ਕਿਸੇ ਨੂੰ ਸ਼ੋਭਾ ਵਧਾ ਦਿੰਦਾ ਹੈ। ਵੈਸੇ ਤੇ ਦਰਖਤ ਅਸੀਂ ਕੱਟਣੇ ਨਹੀਂ, ਲਾਉਣੇ ਹੈ। ਆ ਸਾਡੀ ਬਿਮਾਰੀਆਂ ਦਾ ਬਹੁਤਾ ਕਾਰਨ ਵੀ ਸਾਨੂੰ ਦਰਖਤ ਅਸੀਂ ਸੰਭਾਲ ਨਹੀਂ ਕਰਦੇ। ਹੋ ਦੱਸਦੇ ਕਈ ਵਾਰੀ ਬੇਨਤੀ ਕੀਤੀ, ਭਗਤ ਪੂਰਨ ਸਿੰਘ ਕਿਸੇ ਦੇ ਘਰੇ ਗਏ, ਬੜਾ ਲੱਕੜ ਫਰਨੀਚਰ ਲੱਕੜ ਦਾ ਬਣਿਆ ਹੋਇਆ ਸੀ ਬਹੁਤ ਸਾਰੇ ਘਰ ਦੇ ਵਿੱਚ, ਤੇ ਭਗਤ ਜੀ ਦਾ ਪ੍ਰਸ਼ਾਦਾ ਸੀ, ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ। ਘਰ ਵਾਲੇ ਪਿੱਛੇ ਦੌੜੇ, ਭਗਤ ਜੀ ਵੇਖ ਕੇ ਬਾਹਰ ਦੌੜ ਗਏ। ਕਹਿੰਦੇ ਜੀ ਕੀ ਗੱਲ? ਕਹਿੰਦੇ ਜਿਹੜਾ ਕੁਦਰਤ ਦਾ ਦੁਸ਼ਮਣ ਉਹ ਭਗਤਾਂ ਦਾ ਮਿੱਤਰ ਨਹੀਂ ਹੋ ਸਕਦਾ। ਕਹਿੰਦੇ ਜੀ ਕੀ ਗੱਲ? ਕਹਿੰਦੇ ਤੁਸੀਂ ਇੰਨੇ ਲੱਕੜ ਦਰਖਤ ਕੱਟ ਕੇ ਘਰ ਦੀ ਸਜਾਵਟ ਕੀਤੀ ਹੈ, ਤੁਸੀਂ ਤੇ ਕਾਤਲ ਹੋ, ਤੁਸੀਂ ਤੇ ਕੁਦਰਤ ਦੇ ਕਾਤਲ ਹੋ, ਤੇ ਕਾਤਲਾਂ ਦੇ ਘਰੋਂ ਮੈਂ ਕਦੇ ਪ੍ਰਸ਼ਾਦਾ ਨਹੀਂ ਕੱਢਦਾ। ਉਹਨਾਂ ਫਿਰ ਮਾਫੀ ਮੰਗੀ। ਕਹਿੰਦੇ ਸੀ ਬੱਚੇ ਜਿੱਦ ਕਰਦੇ, ਕੋਈ ਪ੍ਰਿੰਸੀਪਲ ਸੀ ਜਿਹਦੇ ਘਰੇ ਪ੍ਰਸ਼ਾਦਾ। ਕਹਿੰਦੇ ਜੀ ਬੱਚਿਆਂ ਨੇ ਜਿੱਦ ਕੀਤੀ ਤੇ ਅੱਗੇ ਕੋਈ ਭੁੱਲ ਨਹੀਂ ਹੋਏਗੀ। ਮਰਜ਼ ਕਹਿੰਦੇ ਅਸੀਂ ਖੁਦ ਇੱਕ ਦਰਖਤ ਦੀ ਤਰ੍ਹਾਂ ਮਨ ਪੰਛੀ ਹੈ, ਤੇ ਜਦੋਂ ਮਨ ਪੰਛੀ ਸੱਜ ਚੁੱਕਦਾ, ਗੁਰੂ ਨੂੰ ਭਾ ਜਾਂਦਾ, ਗੁਰੂ ਦੀ ਸਿੱਖਿਆ ਤੇ ਚੱਲ ਕੇ ਹਰ ਰਸ ਪੀਵੈ ਸਹਿਜ ਰਹੈ, ਉੱਡੈ ਨਾ ਆਵੈ ਜਾਇ। ਇਹ ਮਨ ਹਰ ਰਸ ਪੀਵੈ ਸਹਿਜ, ਬੜੇ ਪਿਆਰ ਦੇ ਅੰਦਰ, ਉੱਡੈ ਨਾ ਆਵੇ ਜਾਏ। ਇਹ ਫਿਰ ਉੱਡਦਾ ਨਹੀਂ ਹੈ। ਮਨ ਪਰਦੇਸੀ ਵੇ ਪਿਆਰੇ ਆਓ, ਕਦੇ ਵਾਜਾ ਮਾਰੀਆਂ ਨਾ, ਮਨ ਪਰਦੇਸੀ ਹੈ, ਤੂੰ ਕਦੇ ਨਿੱਜ ਕਰ ਚੁੱਕੇਗਾ। ਮਹਾਰਾਜ ਕਹਿੰਦੇ ਜੇ ਸ਼ਬਦ ਨਾਲ ਜੁੜ ਗਿਆ ਨਾ, ਗੁਰ ਭਾਏ, ਫਿਰ ਉੱਡ ਕੇ ਨਹੀਂ ਜਾਏਗਾ। ਜੇ ਇੱਥੇ ਬੈਠੇ ਇੱਥੇ ਰਹੇਗਾ ਮਨ, ਇੱਥੇ ਬੈਠਿਆ ਘਰ ਨਹੀਂ ਜਾਏਗਾ, ਜਾਂ ਘਰੇ ਬੈਠੇ ਪਾਸੇ ਨਹੀਂ ਨਿਕਲੇਗਾ। ਉਹ ਮਨ ਟਿਕੇਗਾ, ਨਾ ਆਵੇ ਨਾ ਜਾਏ, ਫਿਰ ਜੰਮਣ ਤੱਕ ਦੇ ਗੇਟ ਚੁੱਕੀ ਪੈਂਦਾ ਹੈ। ਮਨ ਨੂੰ ਟਿਕਾਉਣਾ ਪੈਣਾ। ਤੇ ਬਾਣੀ ਪੜ੍ਹਦੀ ਇਸ ਕਰਕੇ ਮਨ ਟਿਕੇ, ਸਿਮਰਨ 'ਚ ਇਸ ਕਰਕੇ ਜੁੜਦਾ ਵੀ ਸਾਡਾ ਮਨ ਟਿਕੇ। ਮਹਾਰਾਜ ਕਹਿੰਦੇ ਜਿੱਦਣ ਟਿਕ ਗਿਆ ਨਾ, ਫਿਰ ਆਉਣ ਜਾਣ ਦੇ ਗੇਟ 'ਚ ਨਹੀਂ ਪਏਗਾ। ਫਿਰ ਇਹ ਨਿੱਜ ਘਰ ਦੇ ਵਿੱਚ ਵਾਸਾ ਪ੍ਰਾਪਤ ਕਰ ਲੈਂਦਾ ਹੈ। ਹਰ ਹਰ ਨੂੰ ਜਪ ਕੇ ਨਾਮ ਵਿੱਚ ਹੀ ਸਮਾ ਜਾਂਦਾ ਹੈ। ਖੀਰ ਤੋਂ ਮਨੁੱਖ ਮਹਾਰਾਜ ਕਹਿੰਦੇ ਹੋਏ ਮਨ ਗੁਰੂ ਦੀ ਦੱਸੀ ਕਾਰ ਕਮਾ। ਗੁਰੂ ਦੀ ਦੱਸੀ ਸੇਵਾ ਕਰ, ਕਾਰ ਕਹਿ ਲਓ, ਸੇਵਾ ਕਹਿ ਲਓ। ਆਪਾਂ ਸ਼ਬਦ ਵਰਤਦੇ ਨਾ, ਕਾਰ ਸੇਵਾ। ਮਹਾਰਾਜ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਕਰ, ਗੁਰੂ ਜੋ ਕਹਿੰਦੇ ਉਹ ਕਰ। ਅਗਨੀ ਸਾਹਿਬ ਸੇਵੀਏ ਅਗਨੀ ਪਾਈਏ ਮਾਨ, ਅਗਨੀ ਪੜ੍ਹ ਕੇ ਪੁੱਛੀਏ ਅਗਨੀ ਕੀਚੇ ਦਾਨ। ਅਗਲ ਗੁਰੂ ਤੋਂ ਲੈ ਕੇ ਕੀ ਕਰਨਾ ਹੈ? ਬੜੀ ਬਖਸ਼ਿਸ਼ ਕਰਦੇ। ਫਿਰ ਉਹਦੀ ਅਸੀਸ ਵੀ, ਜਿਹਦੀ ਸੇਵਾ ਕਰੇਗਾ ਤੇ ਤੈਨੂੰ ਆਪਣੇ ਆਪ ਨੂੰ ਸਕੂਨ ਮਿਲੇਗਾ। ਇੱਕ ਹੁੰਦਾ ਚਲੋ ਕੁਝ ਕਰਮ ਹੁੰਦੇ ਹੈ ਕਿ ਅਸੀਂ ਕੀਤੇ ਸਭ ਲਾਭ ਕੁਝ ਸਮੇਂ ਬਾਅਦ ਜਾ ਕੇ ਮਿਲਦਾ ਹੈ। ਚੰਗਾ ਕਰਮ ਬੀਜ ਪਾਓਗੇ, ਹੋ ਸਕਦਾ ਤੁਹਾਨੂੰ ਉਹਦਾ ਫਲ ਜਿਹੜਾ 6 ਮਹੀਨਿਆਂ ਬਾਅਦ ਮਿਲੇ, ਸਾਲ ਬਾਅਦ। ਕੁਝ ਕਰਮ ਇਹੋ ਜਿਹੇ ਹੁੰਦੇ ਜਿਹਨਾਂ ਤੁਹਾਨੂੰ ਨਾਲ ਦੀ ਨਾਲ ਹੀ ਫਲ ਮਿਲ ਜਾਂਦਾ ਹੈ। ਮੰਨ ਲਓ ਕੋਈ ਆਦਮੀ ਭੁੱਖਾ ਤੁਰਿਆ ਜਾਂਦਾ ਹੈ, ਕਿ ਤੁਸੀਂ ਉਹਨੂੰ ਪ੍ਰਸ਼ਾਦਾ ਛਕਾ ਦਿੰਦੇ ਹੋ। ਉਹਨੇ ਪ੍ਰਸ਼ਾਦਾ ਛਕਣ ਤੁਹਾਨੂੰ ਕੀ ਮਿਲਿਆ? ਤੁਹਾਨੂੰ ਖੁਸ਼ੀ ਮਿਲੀ ਨਾ, ਉਹਨੇ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ। ਉਹ ਖੁਸ਼ੀ ਫਲ ਹੈ ਤੁਹਾਡੇ ਛਕਾਏ ਹੋਏ ਪ੍ਰਸ਼ਾਦੇ ਦਾ। ਉਹ ਜਿਹੜੀ ਖੁਸ਼ੀ ਹੈ ਉਹ ਫਲ ਹੈ ਜਿਹੜਾ ਤੁਸੀਂ ਪ੍ਰਸ਼ਾਦਾ ਛਕਾਇਆ। ਬਸ ਆਹੀ ਤੇ ਅਸੀਂ ਗੁਰੂ ਸਾਹਿਬ ਨੂੰ ਲੈਣ ਆਉਣੇ ਵੀ ਅਸੀਂ ਆਨੰਦ 'ਚ ਪ੍ਰਵੇਸ਼ ਕਰ ਜੀਏ, ਸਾਨੂੰ ਖੁਸ਼ੀ ਮਿਲੇ। ਕਾਰ ਗੁਰੂ ਸਾਹਿਬ ਦੀ ਦੱਸੀ ਕੀਤੀ ਤੇ ਖੁਸ਼ੀ ਸਾਨੂੰ ਫਿਰ ਮਿਲੀ। ਇਹ ਫਲ ਹੈ, ਖੁਸ਼ੀ ਫਲ ਹੈ, ਆਨੰਦ ਦੀ ਫਲ ਹੈ। ਆਤਮਾ ਪ੍ਰਸਾਦ ਹੋ ਗਈ, ਇਹੀ ਪ੍ਰਸ਼ਾਦੇ ਛਕਾਏ ਦਾ ਫਲ ਹੈ। ਤੇ ਮਹਾਰਾਜ ਕਹਿੰਦੇ ਗੁਰੂ ਦੀ ਦੱਸੀ ਕਾਰ ਕਮਾ, ਉਹ ਕੰਮ ਕਰ ਜਿਹਦੇ ਨਾਲ ਤੈਨੂੰ ਸਕੂਨ ਮਿਲਦਾ ਹੈ, ਜਿਹਦੇ ਨਾਲ ਤੈਨੂੰ ਖੁਸ਼ੀ ਮਿਲਦੀ ਹੈ, ਜਿਹਦੇ ਨਾਲ ਤੂੰ ਅੰਦਰੋਂ ਪ੍ਰਸੰਨ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਵੀ ਗੁਰੂ ਤੇ ਰੱਬ ਨੂੰ ਮੂੰਹ ਵਿਖਾਉਣ ਜੋਗਾ ਵੀ ਹੈ ਵੀ ਮੈਂ ਇਹੋ ਜਿਹਾ ਕੰਮ ਕੀਤਾ, ਮੈਂ ਗੁਰੂ ਅੱਗੇ ਜਾਵਾਂਗਾ, ਗੁਰੂ ਸਾਹਿਬ ਮੈਨੂੰ ਬੱਕਰੀ 'ਚ ਲੈਣਗੇ, ਮੈਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ 'ਤੇ ਚੱਲ ਰਿਹਾ, ਮੈਂ ਗੁਰੂ ਸਾਹਿਬ ਦੀ ਦੱਸੀ ਹੋਈ ਸੇਵਾ ਕਰ ਰਿਹਾ।
ਫਿਰ ਗੁਰੂ ਗੱਲ ਲਾ ਕੇ ਉਹ ਖੁਸ਼ੀ ਬਖਸ਼ਿਸ਼ ਕਰਦੇ ਨੇ। ਮਨ ਗੁਰ ਕੀ ਕਾਰ ਕਮਾਏ, ਗੁਰੂ ਦੀ ਦਸੀ ਸੇਵਾ ਕਾਰ। ਮਹਾਰਾਜ ਕਹਿੰਦੇ ਜੇ ਗੁਰੂ ਦੇ ਭਾਣੇ 'ਚ ਚੱਲੇ ਤਾਂ ਆਨ ਦੇਣ ਰਚ ਹਰ ਨਾਏ, ਦਿਨ ਰਾਤ ਰਚ ਜਾਏਗਾ, ਰਚਿਆ ਜਾਏਗਾ, ਜੁੜਿਆ ਜਾਏਗਾ ਜੇ ਗੁਰੂ ਦੇ ਭਾਣੇ 'ਚ ਚੱਲੇਗਾ, ਗੁਰੂ ਦੀ ਸਿੱਖਿਆ 'ਤੇ ਚੱਲੇਗਾ। ਤਾਂ ਨੇ ਪਹਿਲਾਂ ਬੇਨਤੀ ਕੀਤੀ, ਗੁਰੂ ਦਾ ਭਾਣਾ, ਗੁਰੂ ਦੀ ਸਿੱਖਿਆ, ਰੱਬ ਦਾ ਭਾਣਾ, ਰੱਬ ਦੀ ਰਜ਼ਾ ਹੈ। ਗੁਰੂ ਦਾ ਭਾਣਾ, ਗੁਰੂ ਦੀ ਸਿੱਖਿਆ 'ਤੇ ਚੱਲਣਾ ਹੀ ਹੈ। ਵੀ ਆਹ ਗੁਰੂ ਸਾਹਿਬ ਜੀ ਕਹਿੰਦੇ ਇਹ ਕਰਨਾ, ਗੁਰੂ ਦੇ ਭਾਣੇ 'ਚ ਚੱਲਣਾ ਹੈ। ਰੱਬ ਜੋ ਕਰ ਰਿਹਾ ਉਹਦੀ ਰਜ਼ਾ 'ਚ ਆ ਜਾਣਾ, ਇਹ ਰੱਬ ਦਾ ਭਾਣਾ ਹੈ ਜੀ। ਕਹਿੰਦੇ ਚਲੋ ਇੱਥੇ ਆਪਾਂ ਇਹਦਾ ਅਰਥ ਕਰ ਰਹੇ ਨੇ, ਗੁਰਮੁਖ ਜਿਹੜੇ ਨੇ ਪੰਖੀ ਬਿਰਕ ਸੋਹਣੇ ਪੰਛੀ ਨੇ, ਦਰਖਤ ਤੇ ਬੈਠੇ ਨੇ, ਉੱਡੇ ਚਾਹੋ ਦੇਸ ਜਾਏ, ਉਹ ਚਾਰਾਂ ਦਿਸ਼ਾਵਾਂ ਚ ਉੱਡਦੇ, ਸੁਰਤ ਕਰਕੇ ਵੀ। ਵੈਸੇ ਤੇ ਮਨ ਦੀ ਪਹਿਲਾਂ ਆਪਾਂ ਨੇ ਗੱਲ ਕੀਤੀ, ਮਨ ਜਿਹੜਾ ਹੈ ਨਾ ਉਹ ਨਹੀਂ ਟਿਕਦਾ, ਇੱਥੇ ਮਨ ਨਹੀਂ ਉੱਡਦਾ, ਇੱਥੇ ਗੁਰਮੁਖ ਨੂੰ ਚਾਰੇ ਪਾਸਿਓਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪੰਛੀ ਹੈ, ਵੈਸੇ ਪੰਛੀ ਆਪਣੇ ਆਪ 'ਚ ਤ੍ਰਿਪਤ ਹੁੰਦਾ ਹੈ, ਪੰਛੀ ਕਦੇ ਲਾਲਚ ਨਹੀਂ ਕਰਦਾ ਹੈ। ਤੇ ਤੁਹਾਨੂੰ ਪੰਛੀ ਆਪਣੇ ਵੇਲੇ ਉੱਠੋ, ਹੋ ਸਕਦਾ ਮਨੁੱਖ ਕਲਪੇ ਹੁਣ ਪੰਛੀ ਚਹਿਕਦੇ ਹੁੰਦੇ ਆ, ਚਿੜੀ ਚੌਹਕੀ ਪੌ ਫੁੱਟੀ ਵਗਣ ਬਹੁਤ ਰੰਗ। ਕਹਿੰਦੇ ਵੀ ਉਹ ਪੰਛੀ ਆਨੰਦਮਈ ਜੀਵਨ ਜਿਉਂਦੇ ਆ, ਉਹ ਰੱਬ ਦੀ ਰਜ਼ਾ 'ਚ ਰਾਜ਼ੀ ਰਹਿੰਦੇ ਆ। ਮਨੁੱਖ ਜਿਹੜਾ ਕਲਪਿਆ ਉਹ ਵਿਚਾਰਾਂ ਦੇ ਸਾਹਮਣੇ ਉੱਡਦੇ, ਅੰਮ੍ਰਿਤ ਵੇਲੇ ਦਾ ਨੰਗ ਮਾਰਦੇ ਨੇ, ਕਿੰਨਾ ਸੋਹਣਾ ਚਹਿਕਦੇ, ਕਦੀ ਕਿਸੇ ਦਰਖਤ ਤੇ ਬੈਠਦੇ, ਕਦੀ ਕਿਸੇ ਦੇ। ਇਸ ਤਰ੍ਹਾਂ ਮਨ ਜਿਹੜਾ ਹੈ ਨਾ ਭਾਈ, ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਉਹ ਨਾਮ ਨਾਲ ਜੁੜ ਕੇ ਆਨੰਦ 'ਚ ਪ੍ਰਵੇਸ਼ ਕਰ ਜਾਂਦਾ ਹੈ। ਦਾਸ ਨੇ ਦੋ ਅਰਥ ਕੀਤੇ ਹੈ। ਉਹ ਪਹਿਲੇ ਅਰਥ ਸੀ ਪੰਖੀ ਬਿਰਕ ਸੁਹਾਵਣੇ, ਸੱਚ ਚੁਗੇ ਗੁਰ ਭਾਏ। ਹੁਣ ਕਹਿੰਦੇ ਵੀ ਜੇ ਮਨ 'ਚ ਸੱਚ ਨਹੀਂ ਹੈ, ਅੰਦਰ ਵਿਕਾਰ ਹੈ, ਵਿਕਾਰੀ ਬੰਦਾ ਭੁੱਲਦਾ ਹੈ, ਤੇ ਦੱਸੋ ਦੁੱਖ ਪ੍ਰਾਪਤ ਕਰੇਗਾ ਕਿ ਸੁਖ ਪ੍ਰਾਪਤ। ਇੱਕ ਗੁਰਮੁਖ ਬੰਦਾ ਹੈ, ਉਹ ਕਿਸੇ ਦੇ ਘਰੇ ਜਾਂਦਾ ਹੈ, ਉੱਥੇ ਬੈਠ ਕੇ ਜਪਦਾ, ਦੂਸਰੇ ਘਰੇ ਗਿਆ, ਉੱਥੇ ਉਹਨੇ ਜਪਿਆ, ਤੀਸਰੇ ਘਰੇ ਗਿਆ, ਉਹ ਜੁੜਿਆ, ਉਹ ਜੋੜਦਾ, ਉਹ ਆਨੰਦ 'ਚ ਹੈ। ਵਿਕਾਰੀ ਬੰਦਾ ਜਦੋਂ ਇਸ ਤਰ੍ਹਾਂ ਭੁੱਲਦਾ ਹੈ, ਉਹ ਦੁੱਖ ਪ੍ਰਾਪਤ ਕਰਦਾ ਹੈ। ਉਹ ਐਸ ਕਰ ਜਾਂਦੇ, ਉਹਨੂੰ ਦੁਰ ਹੁੰਦੀ ਜਿਵੇਂ ਹਲਕਾਇਆ ਕੁੱਤਾ ਨਹੀਂ ਹੈ, ਜਾਂ ਮਹਾਰਾਜ ਨੇ ਬਚਨ ਕਹੇ ਵੀ ਉਹਨੂੰ ਕੋਈ ਸਤਿਕਾਰ ਨਹੀਂ ਦਿੰਦਾ ਹੈ। ਮੰਨ ਲਓ ਕੋਈ ਨਸ਼ੇ ਕਰਨ ਵਾਲਾ ਬੰਦਾ ਤੁਹਾਡੇ ਘਰੇ ਆਉਂਦਾ ਹੈ, ਤੁਸੀਂ ਉਹਦੀ ਬੇਇੱਜ਼ਤੀ ਕਰੋਗੇ, ਤੁਹਾਡਾ ਘਰ ਛੱਡੇਗਾ, ਉਹਨੇ ਅਗਲੇ ਘਰ ਚਲੇ ਜਾਣਾ, ਅਗਲੇ ਘਰ ਚਲੇ ਜਾਣਾ। ਉਹਦੇ ਜੀਵਨ 'ਚ ਕੋਈ ਸੁੱਖ ਨਹੀਂ ਹੈ। ਉਹ ਜੇਤਾ ਉੱਡੇ ਦੁੱਖ ਘੜੇ, ਨਿਤ ਦਾਝੇ ਤੇ ਮਨ ਲਾਏ, ਨਿਤ ਸੜਦਾ ਬਿਲ ਲਾਉਂਦਾ। ਨਸ਼ਈ ਬੰਦਾ, ਇਹ ਤੁਹਾਨੂੰ ਇਹੋ ਜਿਹੇ ਬੱਚੇ ਪਾਗਲਾਂ ਦੀ ਤਰ੍ਹਾਂ ਤੁਰੇ ਫਿਰ 10-10 ਰੁਪਈਏ ਮੰਗਦੇ ਫਿਰਦੇ, ਲੋਕਾਂ ਦੇ ਘਰਾਂ 'ਚ ਪਾਉਂਦੇ ਫਿਰਦੇ ਹੈ। ਉਹ ਨਰਕ ਹੈ, ਉਹ ਕੀ ਉਹ ਦੁੱਖ ਹੈ। ਗੁਰਮੁਖ ਜਿੱਥੇ ਜਾਏਗਾ, ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਵਿੱਚ, ਗੁਰਮੁਖ ਆਪ ਨਹੀਂ ਸੁਖੀ ਹੈ। ਗੁਰਮੁਖ ਜਿਹਦੇ ਕੋਲ ਬੈਠੇਗਾ ਉਹਨੂੰ ਵੀ ਸੁਖੀ ਕਰੇਗਾ, ਜਾਂ ਉਹਨੂੰ ਵੀ ਆਨੰਦ ਮਿਲੇਗਾ। ਕਿਉਂਕਿ ਇੱਕ ਦਰਖਤ ਕੋਲ ਜਾਓ, ਉਹ ਫਲ ਫੁੱਲ ਛਾਂ ਚੰਗੀ ਹੈ, ਤੁਹਾਨੂੰ ਉਹ ਦਰਖਤ ਆਨੰਦ ਦੇਗਾ। ਤੁਸੀਂ ਛਾਂ ਦਾ ਆਨੰਦ ਮਾਣਿਆ, ਤੁਸੀਂ ਫਲ ਤੋੜੇ ਖਾਧੇ, ਤੁਹਾਡੀ ਭੁੱਖ ਵੀ ਦੂਰ ਹੋਈ, ਤੁਹਾਨੂੰ ਸਕੂਨ ਵੀ, ਤੁਹਾਨੂੰ ਛਾਂ ਵੀ ਪ੍ਰਾਪਤ ਹੋਈ। ਗੁਰਮੁਖ ਇਸ ਤਰ੍ਹਾਂ ਆਨੰਦ ਮਾਣਦਾ ਹੈ। ਜਿਹੜੇ ਮਨਮੁਖ, ਉਹ ਮਨ ਪਿੱਛੇ ਚੱਲਦੇ, ਉਹਨਾਂ ਦਾ ਮਨ ਟਿਕਦਾ ਨਹੀਂ, ਉਹ ਮਨ ਦਸਾਂ ਦਿਸ਼ਾਵਾਂ 'ਚ ਦੌੜਦਾ। ਜਿੱਧਰ ਵੀ ਜਾਂਦੇ ਹੈ ਉਹ ਅੰਦਰ ਆਤਮ ਮੌਤੇ ਛੱਡਦੇ, ਉਹ ਆਤਮ ਮੌਤੇ ਮਰਦੇ, ਉਹ ਬਿਲ ਲਾਏ ਵਿਲਕਦੇ ਹਨ। ਗੁਰੂ ਤੋਂ ਬਗੈਰ ਮਹਿਲ ਦੀ ਪ੍ਰਾਪਤੀ ਨਹੀਂ ਕਰ ਸਕਦੇ ਹੈ, ਜਿੱਥੇ ਅੰਮ੍ਰਿਤ ਫਲ ਉਹਨਾਂ ਨੂੰ ਮਿਲਦਾ। ਨਿਜ ਘਰ, ਇਹਦਾ ਅਰਥ ਅਸੀਂ ਨਿਜ ਘਰ ਕਰ ਸਕਦੇ। ਉਹ ਨਾ ਅੰਮ੍ਰਿਤ ਫਲ ਪਾਏ, ਨਾਮ ਰੂਪੀ ਅੰਮ੍ਰਿਤ ਫਲ ਨੂੰ ਉਹ ਗੁਰੂ ਤੋਂ ਬਗੈਰ ਪ੍ਰਾਪਤ ਨਹੀਂ ਕਰ ਸਕਦੇ। ਗੁਰਮੁਖ ਵਾਸਤੇ ਬ੍ਰਹਮ ਹਰਿਆਵਲਾ, ਰੱਬ ਹਰਿਆਵਲਾ, ਰੱਬ ਖਿੜਿਆ ਲੈਂਦਾ, ਰੱਬ ਕਦੇ ਭਰਜਾਉਂਦਾ ਨਹੀਂ ਹੈ। ਜਪਣ ਵਾਲੇ ਵੀ ਖਿੜ ਜਾਂਦੇ, ਰੱਬ ਹਰਿਆ ਭਰਿਆ, ਹਰ ਦਾ ਨਾਮ ਧਿਆਈ ਗਏ ਹੋ ਹਰਿਆ। ਇਹ ਸਾਨੂੰ ਕਿਹਾ ਗਿਆ ਵੀ ਤੁਸੀਂ ਰੱਬ ਦਾ ਨਾਮ ਜਪ, ਤੁਸੀਂ ਨਾਮ ਵਰਗਾ ਰਹਿ ਕਰਿਆ ਹੋਵੇਗਾ।
ਨਾਮ 'ਚ ਇੱਕ એનર્ਜੀ ਹੈ, ਜਪਣ ਵਾਲੇ ਨੂੰ ਖੁਸ਼ੀ ਦਿੰਦਾ ਹੈ, ਕਿਹੜਾ ਦਿੰਦਾ ਹੈ। ਮਹਾਰਾਜ ਕਹਿੰਦੇ ਉਹ ਹਰਿਆ ਭਰਿਆ ਸਾਚੇ ਸਹਿਜ ਸੁਭਾਏ, ਸੱਚ ਨਾਲ ਜੁੜ ਕੇ ਉਹ ਸਹਿਜ ਸੁਭਾਈ ਅੰਦਰੋਂ ਭਾਈ ਆਤਮਿਕ ਆਨੰਦ ਮਾਣਦਾ ਹੈ। ਸਖਾ ਦੀਨ ਨਿਵਾਰਿਆ ਏਕ ਸ਼ਬਦ ਨਿਵਲਾਈ। ਉਹ ਤਿੰਨ ਸ਼ਾਖਾਂ ਜਿਹੜੀਆਂ ਨਾ ਉਹ ਲਾ ਕੇ ਸੁੱਟ ਦਿੱਤੀਆਂ, ਰਜੋ ਤਪੋ ਤੇ ਸਤਿਗੁਰ, ਇਹ ਮਾਇਆ ਦੀਆਂ ਸ਼ਾਖਾਂ। ਇਹ ਸ਼ਾਖਾ ਉਹ ਕੱਟ ਦਿੰਦਾ ਹੈ, ਇਹ ਸ਼ਬਦ ਨਾਲ ਲਿਵ ਜੁੜ ਜਾਂਦੀ ਹੈ। ਉਹ ਫਿਰ ਜਿਹੜਾ ਦਰਖਤ ਹੈ ਉਹ ਦੂਸਰਿਆਂ ਨੂੰ ਵੀ ਭਾਈ ਸੁੱਟ ਦਿੰਦਾ ਹੈ। ਅੰਮ੍ਰਿਤ ਫਲ ਹਰ ਏਕ ਹੈ। ਆਦ ਇੱਕ ਹੀ ਅੰਮ੍ਰਿਤ ਫਲ ਹੈ, ਭਾਵ ਕਿ ਨਾਮ ਹੀ ਅੰਮ੍ਰਿਤ ਫਲ ਹੈ। ਆਪੇ ਦੇਖ ਵਾਈ। ਉਹ ਆਪੇ ਹੀ ਇਹ ਸਿਖਾਉਂਦਾ ਹੈ ਕਿ ਅੰਮ੍ਰਿਤ ਫਲ ਜਿਹੜਾ ਛਕਦਾ ਉਹਦੀ ਬਖਸ਼ਿਸ਼ ਨਾਲ ਵੀ ਮਿਲਦਾ ਹੈ। ਮਨ ਮੁਖ ਉਪੇ ਸੁਖ ਗਏ ਨਾ ਫਲ ਪਿਤਾ ਸ਼ਾਉ। ਕਹਿੰਦੇ ਮਨ ਮੁਖ ਸੁੱਕ ਕੇ ਕੁਪਲਾ ਕੇ, ਜਿਹਦਾ ਦਰਖਤ ਨਹੀਂ ਹੈ, ਜਿਹਨੂੰ ਕੋਈ ਸੰਭਾਲਦਾ ਨਹੀਂ ਨਾ, ਤੇ ਉਹ ਦਰਖਤ ਇੱਕ ਦਿਨ ਤੁਸੀਂ ਦਰਖਤ ਨੂੰ ਪਾਲ ਲਓ, 1-2 ਸਾਲ ਫਿਰ ਉਹਨੂੰ ਛੱਡ ਦਿਓ ਕਿ ਦਰਖਤ ਸੁੱਕ ਸੜ ਜਾਂਦਾ ਹੈ। ਜੇ ਉਹਦੀ ਕੇਅਰ ਨਹੀਂ ਕਰਾਂਗੇ, ਇਸ ਤਰ੍ਹਾਂ ਮਹਾਰਾਜ ਕਹਿੰਦੇ ਮਨਮੁਖ ਉਸ ਦਰਖਤ ਦੀ ਤਰ੍ਹਾਂ ਸੁੱਕ ਜਾਂਦਾ ਹੈ, ਕੁਪਲਾ ਜਾਂਦਾ, ਨਾ ਉਹਨੂੰ ਫੁੱਲ ਲੱਗਦੇ ਨੇ, ਨਾ ਉਹਦੀ ਛਾਂ ਬਣਦੀ ਹੈ। ਦਸੋ ਗੁਰੂ ਦੇ ਪਾਸ ਕੌਣ ਬੈਠੇਗਾ ਜਿਸ ਦਰਖਤ ਦੀ ਛਾਂ ਹੀ ਨਹੀਂ ਹੈ, ਜਿਹਨੂੰ ਕੋਈ ਫਲ ਵੀ ਨਹੀਂ ਲੱਗੇ, ਫੁੱਲ ਵੀ ਨਹੀਂ ਲੱਗੇ। ਮਹਾਰਾਜ ਕਹਿੰਦੇ ਉਹਦੇ ਪਾਸ ਫਿਰ ਕੌਣ ਬੈਠੇਗਾ। ਭਾਵ ਕਿ ਜਿਸ ਬੰਦੇ 'ਚ ਚੰਗੀ ਗੁਣ ਨੇ ਉਹਦੇ ਪਾਸ ਨਹੀਂ ਬੈਠਣਾ ਚਾਹੀਦਾ ਹੈ। ਨਾ ਉਹਨਾਂ ਦਾ ਆਪਣਾ ਕੋਈ ਘਰ ਹੁੰਦਾ, ਗ੍ਰਾਮ ਦਾ ਹੁੰਦਾ ਗ੍ਰਾਮ ਨਗਰ, ਨਾ ਉਹਨਾਂ ਦਾ ਕੋਈ ਘਰ ਤੇ ਨਾ ਉਹਨਾਂ ਦਾ ਕੋਈ ਪਿੰਡ, ਨਾ ਉਹਨਾਂ ਨੂੰ ਫਲ, ਨਾ ਫੁੱਲ ਤੇ ਨਾ ਛਾਂ। ਪਰ ਧਨਾਸਾ ਦੀ ਵਾਰ 'ਚ ਇੱਕ ਗੱਲ ਕਹੀ ਵੀ ਤਿਲਾਂ ਦਾ ਖੇਤ ਕੋਈ ਬੀਜਦਾ ਹੈ ਨਾ, ਤੇ ਉਹਦੇ 'ਚ ਨਾ ਕਈ ਵਾਰੀ ਤਿਲਾਂ ਦਾ ਬੂਟਾ ਉਹ ਪਲ ਜਾਂਦਾ ਹੈ ਤੇ ਤਿਲਾਂ ਦੀ ਥਾਂ 'ਤੇ ਉਹਦੇ ਵਿੱਚ ਨਾ ਸਵਾਹ ਭਰ ਜਾਂਦੀ, ਉਹਨੂੰ ਜਿਹੜੀਆਂ ਨਿੱਕੀਆਂ ਨਿੱਕੀਆਂ ਡੋਡੀਆਂ ਲੱਗਦੀਆਂ ਨਾ, ਉਹ ਅਸੀਂ ਜਦੋਂ ਸੰਥਿਆ ਲੈਂਦੇ ਹਾਂ ਨਾ ਗਿੱਦੜਬਾਹਾ ਗੁਰਦੁਆਰਾ, ਤੇ ਉੱਥੇ ਤਿਲ ਬੀਜਦੇ ਹੁੰਦੇ ਹਨ। ਆਪਣੇ ਇੱਧਰ ਘੱਟ ਵੇਖੀ ਦੇ ਤਿਲ, ਅਸੀਂ ਤਿਲ ਵੱਢੇ ਵੀ ਉੱਥੇ ਸਾਰੇ ਬੱਚਿਆਂ ਨੇ ਰਲ ਕੇ। ਉਹ ਮੇਰੇ ਖਿਆਲ 10 ਕਨਾਲਾ 11 ਕਨਾਲਾ ਜਗ੍ਹਾ ਹੈਗੀ ਗੁਰਦੁਆਰੇ ਦੇ ਵਿੱਚ। ਉਹ ਬਾਬਾ ਨੱਥਾ ਸਿੰਘ ਜੀ ਪ੍ਰਬੰਧਕ ਸਨ ਤੇ ਉਹ ਤਿਲ ਬੀਜਦੇ ਹੁੰਦੇ ਹਨ। ਉਹਨਾਂ ਨੂੰ ਕੱਟ ਬੜੀ ਹੁੰਦੀ ਸੀ, ਉਹ ਵੱਢਦੇ ਰਹੇ ਉਹਨਾਂ ਦੇ। ਤੇ ਉਹ ਜਿਸ ਡੋਡੀਆਂ 'ਚ ਤਿਲ ਨਹੀਂ ਨਾ ਭਰੇ ਦੇ ਸੁਭਾਅ ਨਹੀਂ, ਉਹਨੂੰ ਛੱਡ ਦਿੱਤਾ ਜਾਂਦਾ ਸੀ ਵੱਢਣ ਲੱਗਿਆ। ਕਹਿੰਦੇ ਵੀ ਇਹਦਾ ਕੀ ਫਾਇਦਾ, ਇਹਨੂੰ ਵੱਢ ਕੇ ਕਰਨਾ, ਇਹਦੇ 'ਤੇ ਤੇਲ ਹੀ ਨਹੀਂ, ਜੋ ਡੋਡੀਆਂ 'ਚ ਤੇਲ ਭਰੇ ਹੀ ਨਹੀਂ ਹੈ। ਤੇ ਉਹ ਮਹਾਰਾਜ ਨੇ ਆਸਾ ਦੀ ਵਾਰ 'ਚ ਗੱਲ ਕੀਤੀ, ਛੁੱਟੇ ਤੇਲ ਗੁਵਾੜ ਜਿਉ ਸੁੱਝੇ ਅੰਦਰ ਖੇਤੇ ਅੰਦਰ ਛੁੱਟਿਆ ਕੋ ਕਹੋ ਨਾਨਕ ਸੋ ਨਾ ਫਲੀਏ ਫੁੱਲੀਏ ਬਪੜੇ ਭੀ ਤਨ ਵਿੱਚ ਸੁਆਹ। ਕਹਿੰਦੇ ਰੇ ਸਪਰੇ ਤੇ ਉਹਨੂੰ ਵੀ ਹੋਈ ਹੈ, ਪਾਣੀ ਤੇ ਉਹਨੂੰ ਵੀ ਦਿੱਤਾ ਮਾਲਕ ਨੇ, ਪਰ ਪਈ ਸੁਆਹ ਉਹਦੇ 'ਚ। ਰੱਬ ਨੇ ਪਾਲਿਆ ਤੇ ਸਾਰਿਆਂ ਨੂੰ ਕਈ ਸੁਆਹ ਨਾਲ ਭਰੇ ਹੋਏ ਨੇ, ਕਈ ਗੁਣਾਂ ਨਾਲ ਭਰੇ ਹੋਏ ਨੇ, ਕਈ ਨਾਜ ਨਾਲ ਭਰੇ ਹੋਏ। ਮਹਾਰਾਜ ਕਹਿੰਦੇ ਜਿਹਦੇ ਸੁਆਹ ਨਾਲ ਉਹਨਾਂ ਕੋਲ ਬੈਠਣਾ ਹੀ ਨਹੀਂ ਚਾਹੀਦਾ। ਗੰਦਗੀ ਨਾਲ ਭਰੇ ਭੈੜੇ ਵਿਚਾਰ, ਚੁਗਲੀ, ਨਿੰਦਿਆ, ਦਵੈਸ਼, ਭਾਵਨਾ, ਈਰਖਾ, ਅੰਦਰ ਸੋਚ ਚੰਗੀ ਨਹੀਂ, ਨਿਗਾਹ ਚੰਗੀ ਨਹੀਂ, ਵਿਚਾਰ ਚੰਗੇ ਨਹੀਂ ਹੈ, ਗੁਣ ਚੰਗਾ ਨਹੀਂ ਹੈ। ਮਹਾਰਾਜ ਕਹਿੰਦੇ ਇਹੋ ਜਿਹੇ ਭੈੜੇ ਬੰਦੇ ਕੋਲ ਬੈਠਣ ਦਾ ਹੀ ਕੋਈ ਲਾਭ ਨਹੀਂ ਹੈ, ਜਿਹਨੂੰ ਫਲ ਫੁੱਲ ਨਹੀਂ ਹੈ, ਜਿਹਨੂੰ ਸਿਰਫ ਸੁਆਹ ਭਰੀ ਹੋਈ ਹੈ। ਮਹਾਰਾਜ ਨੇ ਇੱਥੇ ਇਹੀ ਬਚਨ ਪਏ, ਕਹਿੰਦੇ ਨਾ ਉਹਨਾਂ ਦਾ ਕਰ, ਫਿਰ ਵੱਢਣਾ ਉਹਨਾਂ ਨੂੰ ਵਿੱਚੇ ਉਹ ਤਾਂ ਖਸਮੇ ਪੈ ਰਹਿੰਦੇ ਨੇ। ਉਹ ਫਿਰ ਇਸ ਤਰ੍ਹਾਂ ਹੀ ਆਪੇ ਹੀ ਗਲ ਸੜ ਜਾਂਦੇ ਨੇ ਵਿੱਚੇ ਹੀ। ਉਹ ਫਿਰ ਉਹਨਾਂ ਨੂੰ ਜ਼ਿਮੀਦਾਰ ਉਹ ਪਾਣੀ ਨਹੀਂ ਫਿਰ ਮਿਲਦਾ, ਜਦੋਂ ਦੂਸਰੀ ਫਸਲ ਕੱਟੀ ਜਾਂਦੀ ਇਸ ਤਰ੍ਹਾਂ ਸੜ ਸੁੱਕ ਜਾਂਦੇ। ਮਨਮੁਖ ਬੰਦਾ ਇਸ ਤਰ੍ਹਾਂ ਦਾ ਹੀ ਹੈ। ਉਹ ਤਿਲ ਜਿਹੜਾ ਛੱਡ ਦਿੱਤਾ ਗਿਆ, ਜਿਹਦੇ ਸੁਆਹ ਭਲੀ ਹੈ, ਉਹਦੇ ਕੋਲ ਬੈਠਣ ਦਾ ਕੋਈ ਲਾਭ ਨਹੀਂ। ਕਟਿਐ ਤੈ ਨਿਕ ਜਾਂਦੀ ਹੈ ਉਹਨਾਂ ਸ਼ਬਦ ਨਾ ਨਾਮ। ਉਹ ਨਿਤ ਕੱਟੇ ਜਾਂਦੇ ਨੇ, ਉਹ ਸਾੜੇ ਜਾਂਦੇ ਨੇ, ਉਹਨਾਂ ਅੰਦਰ ਸ਼ਬਦ ਨਹੀਂ, ਉਹਨਾਂ ਅੰਦਰ ਨਾਮ ਨਹੀਂ ਹੈ। ਹੁਕਮੇ ਕਰਮ ਕਮਾਵਣੇ ਪਈਐ ਕਿਰਤ ਫਿਰਾਉ। ਕਹਿੰਦੇ ਹੁਕਮ 'ਚ ਉਹ ਕਰਮ ਕਮਾਉਂਦੇ ਨੇ, ਪਏ ਕਿਰਤ ਫਿਰਾਉ। ਕਿਰਤ ਜਿਹੜੀ ਉਹਦੇ ਨਾਲ ਫਿਰ ਭੌਣ ਬਣਿਆ ਸੀ। ਹੁਕਮੇ ਦਰਸ਼ਨ ਦੇਖਣਾ ਜਨ ਭੇਜੈ ਤਨ ਜਾ। ਮਹਾਰਾਜ ਕਹਿੰਦੇ ਹਉਮੈ 'ਚ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਤੇ ਜਿੱਧਰ ਵਾਹਿਗੁਰੂ ਭੇਜਦਾ ਉਧਰ ਹੀ ਫਿਰ ਰੁਕ ਜਾਂਦਾ ਹੈ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਘਰ ਲਾਈਏ, ਇੱਕ ਨਾਲ ਨੂੰ ਕੋਲ ਬਿਠਾ ਲੈਂਦਾ, ਇੱਕ ਨਾਲ ਨੂੰ ਘੁਮਾਉਂਦਾ ਹੈ ਜੀ। ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸੁਭਾਅ।
ਹੁਕਮ ਚ ਹੀ ਹਰ ਹਰ ਮਨ ਵਸ ਜਾਂਦੇ, ਹੁਕਮ ਦਾ ਹੀ ਮੂਲ ਸੱਚ ਚ ਸਮਾ ਜਾਂਦਾ ਹੈ। ਹੁਕਮ ਨ ਜਾਣੈ ਕਪੂੜੇ, ਭੂਲੇ ਫਿਰਹਿ ਗਵਾਰ। ਕਈ ਰੱਬ ਦੇ ਹੁਕਮ ਨੂੰ ਸਮਝਦੇ ਨੇ, ਉਹ ਪਪੜੇ ਜਿਹੜੇ ਨੇ ਉਹ ਭੁੱਲੇ ਫਿਰੇ ਗੁਵਾਰ ਜਿਹੜੇ ਨੇ ਭਟਕਦੇ ਫਿਰਦੇ ਨੇ ਸੰਸਾਰ ਦੇ ਅੰਦਰ। ਮਨ ਹੱਠ ਕਰਮ ਕਮਾਵਨੇ, ਨਿਤ ਨਿਤ ਹੋਵੇ ਖੁਆਰ। ਉਹ ਮਨ ਪਿੱਛੇ ਲੱਗ ਕੇ ਕਰਮ ਕਮਾਉਂਦੇ ਰਹਿੰਦੇ ਨੇ, ਨਿਤ ਖੁਆਰ ਹੁੰਦੇ ਹਨ। ਅੰਤਰ ਸਾਧ ਨ ਆਵਈ, ਨਾ ਸਚ ਲਗੈ ਪਿਆਰ। ਉਹਨਾਂ ਨੂੰ ਆਪਣੀ ਸ਼ਾਂਤੀ ਨਹੀਂ ਮਿਲਦੀ, ਨਾ ਉਹਨਾਂ ਦਾ ਪਿਆਰ ਸੱਚ ਨਾਲ ਬਣਦਾ, ਭਾਵ ਕਿ ਨਾਮ ਤੇ ਗੁਰੂ ਨਾਲ ਉਹਨਾਂ ਦਾ ਪਿਆਰ ਕੋਈ ਨਹੀਂ ਹੈ। ਗੁਰਮੁਖੀਆ ਮੁਖ ਸੋਹਣੇ, ਗੁਰ ਕੈ ਨੇਕ ਪਿਆਰ। ਜਿਹੜੇ ਗੁਰਮੁਖ ਨੇ ਉਹਨਾਂ ਦੇ ਮੁਖ ਸੋਹਣੇ ਹੈ ਤੇ ਗੁਰ ਕੈ ਹੇਠ ਕਰ, ਉਹਨਾਂ ਦਾ ਗੁਰੂ ਨਾਲ ਪਿਆਰ ਹੈ, ਗੁਰੂ ਨਾਲ ਹੇਠ ਹੈ। ਗੁਰਮੁਖ ਕਿਸੇ ਸੇ ਚੰਗਾ ਬਾਣੀ ਪੜ੍ਹਨ ਵਾਲਾ ਬੰਦਾ ਤੁਹਾਨੂੰ ਬੁਰਾ ਕਿਵੇਂ ਲੱਗੇਗਾ ਦੱਸੋ? ਇਹ ਨਹੀਂ ਵੀ ਉਹਦੀ ਸ਼ਕਲ ਸੋਹਣੀ ਨਹੀਂ ਹੈ, ਜੋ ਬਾਣੀ ਪੜ੍ਹਦਾ ਹੈ ਸਾਰੇ ਉਹਦਾ। ਆਪਾਂ ਰਿਸ਼ਤੇਦਾਰੀਆਂ 'ਚ ਵਿਚਰਦੇ ਆ, ਜਿਹੜੀ ਕੋਈ ਬੱਚੀ ਧੀ ਸਾਡੀ ਭੈਣ, ਕੋਈ ਸਰੀਰ ਬਾਣੀ ਨਾਲ ਜੁੜਿਆ ਗੁਰੂ ਨਾਲ ਜੁੜਿਆ, ਸਾਰੇ ਰਿਸ਼ਤੇਦਾਰ ਉਹਦਾ ਸਤਿਕਾਰ ਕਰਦੇ ਆ। ਭਾਈ ਇਹ ਬਹੁਤ ਬੱਚੀ ਬਾਣੀ ਪੜ੍ਹਦੀ ਹੈ, ਸਾਡੀ ਬੇਟੀ ਬਹੁਤ। ਤੇ ਮਰਦ ਕਹਿੰਦੇ ਗੱਲ ਤੇ ਸ਼ਕਲ ਦੀ ਨਹੀਂ ਹੈ, ਗੱਲ ਅਕਲ ਦੀ ਹੈ, ਗੱਲ ਤਾਂ ਸੂਰਤ ਦੀ ਨਹੀਂ, ਗੱਲ ਇਹਦੇ ਸੀਰਤ ਦੀ ਹੈ। ਜਿਹਦੀ ਸੀਰਤ ਸੋਹਣੀ ਹੈ ਉਹ ਸਾਰਿਆਂ ਨੂੰ ਸੋਹਣੇ। ਤੇ ਮਹਾਰਾਜ ਨੇ ਇਹੀ ਸ਼ਬਦ ਕਿਹਾ, ਮਹਾਰਾਜ ਕਹਿੰਦੇ ਜਿਹੜੇ ਜਪਦੇ ਨੇ ਗੁਰਮੁਖੀਆਂ ਮੂੰਹ ਸੋਹਣੇ, ਗੁਰ ਕੈ ਹੇਠ ਕਰ, ਉਹਨਾਂ ਦੇ ਮੁਖ ਸੋਹਣੇ ਹੈ ਭਾਈ। ਜਿਹੜੇ ਗੁਰੂ ਨਾਲ ਪਿਆਰ ਕਰਦੇ, ਜਿਨ੍ਹਾਂ ਦੇ ਅੰਦਰ ਸ਼ਬਦ ਵਸਿਆ ਹੋਇਆ ਹੈ, ਸੱਚੀ ਭਗਤੀ ਸੱਚ ਰਤੇ। ਉਹ ਸੱਚੀ ਭਗਤੀ ਕਰਦੇ, ਸੱਚ ਵਿੱਚ ਰਤੇ ਜਾਂਦੇ ਹਨ। ਸਚੈ ਸਚਿਆਰ, ਉਹ ਰੱਬ ਦੇ ਦਰ ਤੇ ਇੱਕ ਦਿਨ ਸਚਿਆਰ ਹੋ ਕੇ ਨਿਬੜਨਗੇ ਜੀ। ਉੜਿਆਰ ਝੂਠਾ ਹੁੰਦਾ, ਸਚਿਆਰ ਸੱਚਾ ਹੁੰਦਾ ਹੈ। ਤੇ ਸਚਿਆਰ ਰੱਬ ਦੇ ਵਿੱਚ ਸਮਾਉਂਦਾ ਹੈ। ਉਹ ਆਏ ਸੰਸਾਰ ਤੇ ਪ੍ਰਵਾਨ ਹੋ ਜਾਂਦੇ ਹਨ। ਉਹ ਕੁੱਲਾਂ ਦਾ ਵੀ ਉਧਾਰ ਕਰ ਜਾਂਦੇ ਆ। ਕੁੱਲ ਇੱਕ ਜੁੜਿਆ, ਪਰਿਵਾਰ ਜੁੜਿਆ। ਅੱਗੇ ਮੰਨ ਲਓ ਇੱਕ ਮਾਂ, ਉਹਦੀਆਂ ਦੋ ਧੀਆਂ, ਉਹ ਆਪਣੀਆਂ ਧੀਆਂ ਨੂੰ ਬਾਣੀ ਨਾਲ ਨਾਮ ਨਾਲ ਜੋੜ ਦਿੰਦੀ ਹੈ। ਇੱਕ ਦੇ ਪਰਿਵਾਰ ਉਸ ਮਾਈ ਦਾ ਜੁੜ ਗਿਆ, ਆਪਣਾ ਵੀ ਉਹਨੇ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਵੀ ਜੋੜਿਆ, ਦੋ ਧੀਆਂ ਨੂੰ ਜੋੜ ਦਿੱਤਾ, ਨਿੱਕੀਆਂ ਨਿੱਕੀਆਂ ਨੂੰ। ਉਹ ਧੀਆਂ ਨੇ ਜਾ ਕੇ ਦੋ ਘਰ ਹੋਰ ਜੋੜੇ, ਉਹਨਾਂ ਨੇ ਫਿਰ ਆਪਣੀਆਂ ਧੀਆਂ ਨੂੰ ਅੱਗੇ ਜੋੜਿਆ, ਉਹਨਾਂ ਧੀਆਂ ਨੇ ਜਾ ਕੇ ਹੋਰ ਦੋ ਘਰ ਜੋੜੇ। ਕੁੱਲਾਂ ਧਰ ਗਈਆਂ ਕਿ ਇੱਕ ਜੁੜਿਆ ਤੇ ਇੱਕ ਜੁੜ ਕੇ ਕੁੱਲਾਂ ਧਰ ਗਈਆਂ। ਮਹਾਰਾਜ ਨੇ ਇੱਥੇ ਹੀ ਬਚਨ ਹੈ, ਕੁੱਲ ਕਾ ਕਦੇ ਉਧਾਰ, ਇੱਕ ਪੂਰਨ ਤੌਰ ਤੇ ਜੁੜੇ ਵਿਖਾਵਾ ਨਹੀਂ, ਉਹ ਆਪਣੀਆਂ ਕੁੱਲਾਂ ਦਾ ਉਧਾਰ ਕਰਾ ਜਾਂਦਾ ਹੈ। ਸਾਰੇ ਉਹਦੀ ਨਜ਼ਰ, ਉਹਦੀ ਮਿਹਰ ਭਰੀ ਨਜ਼ਰ ਨਾਲ ਹੀ ਕਰਮ ਕਮਾਉਂਦੇ ਹਨ ਜੀ। ਉਹਦੀ ਨਜ਼ਰ ਤੋਂ ਬਾਅਦ ਕੋਈ ਨਹੀਂ, ਭਾਵ ਉਹਦੇ ਹੁਕਮ ਤੋਂ ਬਾਕੀ ਕੋਈ ਨਹੀਂ ਹੈ। ਸੱਚਾ ਜਿਹੋ ਦੀ ਨਜ਼ਰ ਕਰਕੇ ਕਿਸੇ ਵੱਲ ਵੇਖਦਾ ਹੈ, ਕਹਿੰਦੇ ਉਹੋ ਜਿਹਾ ਫਿਰ ਬੰਦਾ ਹੋ ਜਾਂਦਾ। ਜੇ ਕਿ ਉਹ ਕਰਦੇ ਮਿਹਰ ਭਰੀ ਨਜ਼ਰ ਕਿਸੇ ਤੇ, ਫਿਰ ਲੱਗ ਖੁਸ਼ੀਆਂ ਪਾ ਕੇ ਸਾਰੀਆਂ ਜੇ ਸਤਿਗੁਰ। ਤੇ ਜੇ ਕਿਤੇ ਗੁਰੂ ਹੋਵੇ ਨਾਰਾਜ਼, ਰੱਬ ਵੈਸੇ ਤੇ ਹੁੰਦਾ ਹੀ ਨਹੀਂ ਨਾਰਾਜ਼, ਤੇ ਗੁਰੂ ਤੇ ਰੱਬ ਕਦੇ ਨਾਰਾਜ਼ ਨਹੀਂ ਹੁੰਦਾ। ਪਰ ਸਾਡੇ ਕਰਮ ਵੀ ਕਿਤੇ ਇਹੋ ਜਿਹੇ ਹੋ ਜਾਣ ਕਿ ਮਾਂ ਪਿਓ ਵੀ ਬੱਚੇ ਨਾਲ ਨਾਰਾਜ਼ ਹੋ ਜਾਣ, ਫਿਰ ਨਜ਼ਰ ਨੂੰ ਭੱਠੀ ਜੇ ਕਦੇ ਸੁਲਤਾਨਾ ਘਾਹੋ, ਦਰ ਮੰਗਣ ਭੇਖਣਾ, ਫਿਰ ਮੰਗਿਆ ਵੀ ਭੇਖਿਆ ਨਹੀਂ ਮਿਲਦੀ ਹੈ। ਜਿਹੋ ਜਿਹੀ ਨਜ਼ਰ ਉਹਦੀ ਉਹੋ ਜਿਹਾ ਫਿਰ ਅੱਗੇ ਹੋਣਾ ਹੈ ਵੀ ਜਿਹੋ ਜਿਹੀ ਤਾਂ ਉਹਨੇ ਮਿਹਰ ਭਰੀ ਨਜ਼ਰ ਕਰਤੀ, ਫਿਰ ਤੇ ਕੁੱਲਾਂ ਤਰ ਗਈਆਂ। ਤੇ ਜੇ ਕਿਤੇ ਉਹਦੀਆਂ ਨਜ਼ਰਾਂ 'ਚ ਨਾ ਪ੍ਰਵਾਨ ਹੋਏ, ਤੇ ਫਿਰ ਜਿਹੋ ਜਿਹੀ ਉਹ ਨਜ਼ਰ ਕਰੇਗਾ ਉਹੋ ਜਿਹਾ ਹੀ ਵਾਪਰਨਾ ਹੈ ਜੀ। ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋ। ਨਾਨਕ ਨਾਮ ਨਾਲ ਜੁੜ ਕੇ ਵਡਿਆਈਆਂ ਪ੍ਰਾਪਤ ਹੁੰਦੀਆਂ, ਤੇ ਨਾਮ ਹੁਣ ਕਰਮ ਪ੍ਰਾਪਤ ਹੋਈ ਬਖਸ਼ਿਸ਼ ਨਾਲ ਹੀ ਮਿਲਣਾ ਹੈ। ਨਾਮ ਨਾਲ ਜੁੜਿਆ ਵਡਿਆਈ ਮਿਲਣੀ ਹੈ, ਤੇ ਨਾਮ ਹੁਣ ਉਹਦੀ ਕਿਰਪਾ ਨਾਲ ਜੁੜਨਾ ਹੈ। ਜੇ ਜੁੜੇਗਾ ਤੇ ਫਿਰ ਬਖਸ਼ਿਸ਼ ਵਰਤੇਗੀ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੀਆਂ ਜੀ। ਭੁੱਲਾਂ ਚੁੱਕਾਂ ਦੀ ਕਿਰਪਾ ਸਮੂਹ ਸੰਗਤ ਦਾ ਧੰਨਵਾਦ ਜੀ। ਆਇਆਂ ਨੂੰ ਪਾਵਨ ਸ਼ਬਦ ਦੀ ਵਿਚਾਰ ਕਰਦੇ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਜੀ। ਸਤਿਗੁਰੂ ਤੇ ਸੰਗਤ ਬਖਸ਼ਯੋਗ ਬਖਸ਼ ਦੇਣਾ ਜੀ। ਇਹਨਾਂ ਸਥਾਨਾਂ ਦੀ ਸੇਵਾ ਕਾਰਜ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। 23 ਤਰੀਕ ਨੂੰ ਭਾਈ ਮੰਗਲਵਾਰ 23 ਅਗਸਤ ਨੂੰ ਜਿਹੜਾ ਸਰੋਵਰ ਸਾਹਿਬ ਦੇ ਦੁਆਲੇ ਜੋ ਬਰਾਡੇ ਬਣ ਰਹੇ ਉਹਨਾਂ ਦਾ ਲੈਂਟਰ ਪੈਣ ਕਰ ਰਿਹਾ ਜੀ।
ਸਵਾਵਾਂ 'ਚ ਇਸੇ ਭਾਗ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ